ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਅੱਜ ਮੰਗਲਵਾਰ ਹੈ ਔਰ ਮੰਗਲਵਾਰ ਪਿਛਲੇ 2 ਹਫ਼ਤੇ ਪਹਿਲੇ ਅੱਜ ਤੀਜਾ ਹਫ਼ਤਾ ਜੀ, ਜੋ ਸਦ ਬਾਣੀ ਹੈ ਰਾਮਕਲੀ ਰਾਗ ਵਿੱਚ, ਜਿਹੜੀ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪੜਪੋਤਰੇ ਵੱਲੋਂ ਲਿਖੀ ਗਈ ਸੀ। ਤੋਂ ਇਹਦੇ ਬਾਰੇ ਪਹਿਲੇ 2 ਹਫ਼ਤਿਆਂ 'ਚ ਵੀਰ ਵਰਿੰਦਰਪਾਲ ਸਿੰਘ ਜੀ ਨੇ ਸਾਨੂੰ ਇੰਟਰੋਡਕਸ਼ਨ ਦਿੱਤੀ ਵੀ ਬਾਣੀ ਕੀ ਹੈ, ਕਿੱਦਾਂ, ਉਹਦੇ ਬਾਰੇ। ਤੇ ਅੱਜ ਉਸ ਬਾਣੀ ਦਾ ਜਿਹੜਾ ਪ੍ਰਾਰੰਭ ਹੈ ਕਰਕੇ ਸਾਨੂੰ ਉਹਦੇ ਅਰਥ ਭਾਵ ਔਰ ਨਾਲ ਜਿਹੜੀਆਂ ਹੋਰ ਗੁਰਮਤਿ ਦੀਆਂ ਗੱਲਾਂ ਨੇ, ਕਿਉਂਕਿ ਸਦ ਬਾਣੀ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਗੁਰਮਤਿ ਦੀਆਂ ਨੇ, ਪਰੰਤੂ ਕਈ ਵਾਰੀ ਸ਼ਬਦਾਵਲੀ ਕਰਕੇ ਅਸੀਂ ਟਪਲਾ ਖਾ ਜਾਂਦੇ ਹਾਂ ਔਰ ਕਈ ਵਾਰੀ ਉਹਦਾ ਵਿਆਖਿਆਕਾਰ ਵੀ ਉਹਦੇ ਅਰਥ ਅੱਗੇ ਪਿੱਛੇ ਵੀ ਹੋ ਸਕਦੇ ਨੇ। ਤਾਂ ਕੁਝ ਵਿੱਚ ਕਾਫੀ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ। ਉਹ ਕਿਰਪਾ ਕਰਨਗੇ ਸਾਹਿਬ ਵਰਿੰਦਰਪਾਲ ਸਿੰਘ ਜੀ। तो आओ जी, आप शुरू करो सद बाणी अज तो। वाहिगुरू जी का खालसा वाहिगुरू जी की फतेह। वाहिगुरू धन वाहिगुरू साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरू 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 जीओ। सिख मिस्ट्री कॉलेज USA ਦੀ ਗੁਰਮਤਿ ਕਲਾਸ ਵਿੱਚ ਸਾਰੇ ਵੀਰਾਂ ਤੇ ਭੈਣਾਂ ਜਿਹੜੇ ਰੋਜ਼ ਹੀ ਆਪ ਜੀ ਜੁੜਦੇ ਹੋ ਗੁਰਮਤਿ ਦੀ ਜਾਣਕਾਰੀ ਲਈ, ਆਪ ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲਾਂ ਰਾਮਕਲੀ ਰਾਗ ਵਿੱਚ ਸਦਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੰਬਰ 923 ਤੇ ਸੁਭਾਇਮਾਨ, ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਅੰਤਲੇ ਸਮੇਂ 'ਚ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਸੰਗੀ ਸਾਥੀਆਂ ਨੂੰ, ਗੁਰਸਿੱਖਾਂ ਨੂੰ, ਸੰਗਤ ਨੂੰ ਇਕੱਤਰ ਕਰਕੇ ਜੋ ਉਪਦੇਸ਼ ਦਿੱਤਾ, ਔਰ ਉਸ ਉਪਦੇਸ਼ ਵਿੱਚ ਜਿਹੜੇ ਲੋਕ ਕੱਚੇ ਸਨ ਗੁਰਮਤਿ ਤੋਂ, ਕਦੀ ਉਹ ਗੁਰਮਤਿ ਵੀ ਗੁਰਦੁਆਰੇ ਵੀ ਆ ਜਾਂਦੇ ਸਨ, ਗੁਰੂ ਘਰ ਵੀ ਆ ਜਾਂਦੇ ਸਨ, ਕਦੀ ਉਹ ਅਨੁਮਤੀ ਕਾਰਜ ਵੀ ਕਰ ਲੈਂਦੇ ਸਨ। ਐਸੇ ਮਨੁੱਖਾਂ ਨੂੰ ਸਤਿਗੁਰ ਨੇ ਅੰਤਲੇ ਸਮੇਂ ਜੋ ਉਪਦੇਸ਼ ਦਿੱਤਾ ਹੈ ਮ੍ਰਿਤਕ ਸੰਸਕਾਰ ਦਾ, ਉਹ ਬਾ ਕਮਾਲ ਦਾ ਹੈ, ਖੂਬਸੂਰਤ ਹੈ। ਜਿਤਨਾ ਸੁੰਦਰ, ਜਿੰਨਾ ਖੂਬਸੂਰਤ ਕਹੀਏ, ਔਰ ਜਿੰਨਾ ਜੀਵਨ ਨੂੰ ਖੂਬਸੂਰਤ ਬਣਾਉਣ ਵਾਲਾ ਕਹੀਏ, ਉਹ ਘੱਟ ਹੋਏਗਾ। ਸੋ ਬਾਣੀ ਦੇ ਵਿੱਚ ਇਹ ਬੜੀ ਗਹਿਰਾਈ ਹੈ। ਰਾਮਕਲੀ ਰਾਗ ਵਿੱਚ ਇਹ ਸ਼ਬਦ ਹੈ, ਇਹਦਾ ਸਿਰਲੇਖ ਸਦ ਹੈ। ਸਦ ਦਾ ਮਤਲਬ ਹੁੰਦਾ ਹੈ ਆਵਾਜ਼, ਸਦ ਦਾ ਮਤਲਬ ਹੁੰਦਾ ਹੈ ਸੱਦਾ, ਤੇ ਸਦ ਦਾ ਮਤਲਬ ਸੱਦਾ ਪੱਤਰ ਵੀ ਹੁੰਦਾ ਹੈ, ਚਿੱਠੀ ਵੀ ਹੁੰਦੀ ਹੈ। ਕਿਸੇ ਨੂੰ ਬੁਲਾਣਾ ਹੋਵੇ ਤੇ ਅਸੀਂ ਇੱਕ ਖੱਤ ਲਿਖ ਕੇ ਜਾਂ ਕਾਰਡ ਛਾਪ ਕੇ ਉਹਨੂੰ ਬੁਲਾਉਂਦੇ ਹਾਂ, ਉਸ ਸ਼ਖਸ ਨੂੰ ਆਪਣੀ ਕੋਲ ਇਨਵਾਈਟ ਕਰਦੇ ਹਾਂ। ਤੇ ਇਸ ਬਾਣੀ ਦਾ ਸਿਰਲੇਖ ਸੱਦਾ ਪੱਤਰ ਦੇ ਬੇਟੇ ਜਿਹੜੇ ਹਨ ਬਾਬਾ ਆਨੰਦ ਜੀ ਤੇ ਫਿਰ ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ ਦੇ ਅੰਦਰ ਜੋ ਗੁਰਬਾਣੀ ਦਾ ਕਮਾਲ ਦਾ ਤਜਰਬਾ ਔਰ ਗੁਰਬਾਣੀ ਦੀ ਸਮਝ ਇਸ ਕਲਮ ਤੋਂ ਦੇਖਣ 'ਚ ਮਿਲਦੀ ਹੈ।
जो हैरान कर दिंदी है कि जिस शख्स ने भी गुरु ਨੂੰ गुरु ਮੰਨਿਆ है, ना दादा ना परदादा ना पिता, जिसने सतगुरु मान लिया है उसके गुणों तो वाकफ ਹੁੰਦਾ है। गुरु ਦੀ हर एक बात तो हर एक क्रिया कलाप तो मनुष्यता ਦੇ ਨੂੰ ਦੇਣ ਵਾਲੇ ਸੰਦੇਸ਼ ਤੋਂ और इस जगत ਦੇ ਤਾਰਨਹਾਰ ਨੂੰ ਉਹੀ ਭਗਤ ਜਾਂ ਉਹੀ ਸਿੱਖ ਜਾਂ ਉਹੀ ਗੁਰਮੁਖ ਸਮਝ ਸਕਦਾ ਹੈ ਜਿਹੜਾ ਗੁਰਬਾਣੀ ਦੇ ਸਨਮੁਖ ਹੋ ਕੇ ਗੁਰਮੁਖ ਬਣ ਚੁੱਕਾ ਹੈ। तो इस बाणी की व्याख्या करन तो विचार करन तो पहला मैं उन्हां दे बाबा सुंदर जी दे जीवन विच जिहड़ी खूबसूरती होएगी, जिन्नी को उन्हां दे अंदर रब्बी नूर दी लियाकत होएगी और रब्बी जोत जगदी होएगी, इसकी भी समझ आंदी है इस बाणी तो कि इस सदा पत्र नूं शुरू करन तो पहला एक ओंकार सतगुर प्रसाद मैं पहले भी आप जी को बेनती की सी कि ये 522 बार गुरु ग्रंथ साहिब जी दर्ज है, 568 बार पंज स्वरूपों के अंदर दर्ज है। जो मनु लगता है मैं सब नूं बेनती करदा हां, हर इस स्टेज से बेनती करदा हां, जिहड़े कि सारे विद्वान और सारे वीर इसनूं प्रवान भी कर रहे हैं कि ये दर्ज ही तां ही कीता गया किसी गुरबाणी के प्रकरण चेंज होने ते, गुरु व्यक्ति की बाणी चेंज होने ते, राग चेंज होने ते, या भगतां दी बाणी दे विच जिहड़ी भी प्रकरण नूं चेंज किया गया, जिथे भी सतगुरु नूं लोड़ महसूस हुई, ये मूल मंत्र का छोटा स्वरूप दर्ज कर दिता गया कि असी अनमति विचारां तो बिल्कुल अपने मन नूं वखरा करके बाणी नूं समझना है, क्योंकि बहुत बड़ा भुलेखा सानू पै जाता है। देखो ना जी, बाणी च रामचंद्र का जिक्र है, शिव जी का जिक्र है, विष्णु जी का जिक्र है, कृष्ण का जिक्र है, जिस कारण साडा दुश्मन भटकाने च कामयाब हो जाता है। सो एक ओंकार सतगुर प्रसाद दर्ज करन दा हर गुरसिखां नूं मैसेज है कि वो सिर्फ प्रमाण के तौर पर वरते ने, उन्हां दा गुरमत दे नाल सिख दे जीवन विच कोई आधार नहीं है। जिस तरह इस बाणी च कई वर्ड ने जिहड़े गरुड़ पुराण दे वर्ड भी लिखे ने ते उन्हां दा गुरमत विच कोई भी संबंध नहीं है। इस करके मूल मंत्र का स्वरूप, मूल मंत्र का हर एक पक्ष, रब दे मूल मंत्र विच बयान किए हुए हर एक गुण नूं हर एक मनुख ने अपने हृदय च वसाना है। एक रब एक है, और मैं पहले भी बेनती की मैथमेटिक्स एक सतगुरु ने वरत्या, इसदा मतलब है हिसाब का एका ला के उस चीज नूं पूर्ण तौर पर विश्राम लाती कि कोई भी रब दे बराबर किसी नूं ना समझे। रब दे बराबर मतलब जिहड़ा सृष्टि की रचना है, इसनूं बदलण विच, इस दे विच जो जीवां नूं भोजन देण विच या जीवां दी मौत विच कोई इंटरफेरेंस किसी होर ताकत, किसी होर शक्ति, किसी होर देवी देवते दी नहीं है, जिसनूं पंचम पातशाह ने बखूबसूरत तरीके नाल दर्ज किया है। ना देव दानव नरा, ना सिद्ध साधक तरा, अस्त एक दिगर कोई, एक तुई, एक तुई। इस दी बाणी की खूबसूरती ही सानू इस चीज नूं दर्शाउंदी है कि किसी भी देवी देवते वो किसी वास्ते पूजनीक हो सकते हैं, लेकिन साडे वास्ते नहीं। किसी का पिता किसी वास्ते पिता है, साडे वास्ते वो पिता नहीं है। साडा पिता एक ओंकार है जो निराकार है, जिस पिता ने अकाल पुरख ने, सतकरतार ने सानू भगतां दे राही, गुरु नानक सतगुरु राही
ਬੇਸਿਕ ਤੇ ਸਮਝੀਏ ਤੇ ਗੁਰੂ ਨਾਨਕ ਸਤਿਗੁਰ ਰਾਹੀਂ ਹੀ ਬਾਣੀ ਨੂੰ ਗੁਰੂ ਰੂਪ ਵਿੱਚ ਪ੍ਰਕਾਸ਼ਮਾਨ ਕੀਤਾ। ਬਾਕੀ ਭਗਤ ਜਿਹੜੇ ਪਹਿਲਾਂ ਵੀ ਆਏ ਉਹਨਾਂ ਨੇ ਸਿਰਫ ਉਚਾਰਨ ਤੇ ਲਿਖਤੀ ਰੂਪ ਵਿੱਚ ਲੋਕਾਂ ਨੂੰ ਦੇ ਕੇ ਗਏ ਜਾਂ ਸਮਝਾ ਕੇ ਗਏ। ਲੇਕਿਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕਮਾਲ ਦੀ ਚੀਜ਼ ਸਾਡੇ ਸਾਹਮਣੇ ਰੱਖੀ ਆਪਣੇ 10 ਜਾਮਿਆਂ 'ਚ ਕਿ ਇਹਦੀ ਨਾਲ ਲਿਖਤ ਵੀ ਲਿਖੀ, ਸੰਪਾਦਨਾ ਵੀ ਕੀਤੀ ਔਰ ਇਸ ਨੂੰ ਤੋੜਨ ਲਈ ਬਹੁਤ ਸਾਰੀਆਂ ਕਹਾਣੀਆਂ ਮਨ ਘੜਤ ਸਾਡੇ ਸਾਹਮਣੇ ਰੱਖ ਦਿੱਤੀਆਂ, ਜਿਸ ਕਰਕੇ ਗੁਰੂ ਨਾਨਕ ਸਾਹਿਬ ਬਹੁਤ ਚੰਗੀ ਤਰ੍ਹਾਂ ਵਾਕਿਫ ਹੋਣਗੇ ਕਿ ਮਨੁੱਖ ਨੂੰ ਭਟਕਾਉਣ ਵਾਸਤੇ ਈੜੀ ਨੂੰ ਸਿਆਲੀ ਦੇਖ ਕੇ, ਅਦਕ ਦੇਖ ਕੇ, ਕੱਕਾ ਇੱਕ ਜੇ ਲਿਖਿਆ ਜਾਂਦਾ ਤੇ ਇਸ ਨੂੰ ਮੁਸਲਮਾਨ ਆਪਣੇ ਤਰੀਕੇ ਨਾਲ ਵਰਤਦੇ, ਹਿੰਦੂ ਵੀਰ ਮਨਮਤੀ ਜਿਹੜੇ ਸਨਾਤਨੀ ਵੀਰ ਨੇ ਉਹ ਆਪਣੇ ਤਰੀਕੇ ਨਾਲ ਵਰਤਦੇ ਤੇ ਦੂਸਰੇ ਲੋਕ ਆਪਣੇ ਤਰੀਕੇ ਨਾਲ ਵਰਤਦੇ। ਇਸ ਲਈ ਮੈਥਮੈਟਿਕਸ ਦਾ ਏਕਾ ਲਾਇਆ ਗਿਆ। ਇਹ ਵੀ ਮੈਨੂੰ ਚੰਗੀ ਤਰ੍ਹਾਂ ਮੇਰੇ ਮਨ ਵਿੱਚ ਜਿਹੜੀ ਗੱਲ ਬਣਦੀ ਹੈ ਉਹ ਇਹ ਬਣਦੀ ਹੈ, ਸਾਰੇ ਵੀਰ ਵਿਚਾਰ ਵੀ ਕਰ ਸਕਦੇ ਹੋ। ਭਾਵ ਰੱਬ ਇੱਕ ਹੈ, ਉਸਦੇ ਵਰਗਾ ਕੋਈ ਨਹੀਂ, ਉਸਦੇ ਕੰਮ ਵਿੱਚ ਕੋਈ ਦਖਲ ਵੀ ਨਹੀਂ ਦੇ ਸਕਦਾ। ਜੋ ਉਹ ਕਰ ਰਿਹਾ ਉਹ ਇੱਕ ਹੀ ਕਰ ਰਿਹਾ ਹੈ। ਇਸ ਕਰਕੇ ਸਤਿਗੁਰੂ ਨੇ ਏਕਮ ਏਕੰਕਾਰ ਨਿਰਾਲਾ ਦਾ ਨਾਰਾ ਸਾਡੇ ਸਾਹਮਣੇ ਬੁਲੰਦ ਕੀਤਾ। ਹੁਣ ਗੱਲ ਆਉਂਦੀ ਹੈ ਓੰਕਾਰ, ਕਿਉਂਕਿ ਇੱਕ ਓੰਕਾਰ ਸਾਡੇ ਵਿੱਚ ਇਕੱਠਾ ਉਚਾਰਨ ਹੁੰਦਾ ਹੈ ਔਰ ਇਕੱਠਾ ਉਚਾਰਨ ਵੀ ਕਰਨਾ ਹੈ, ਲੇਕਿਨ ਅਰਥ ਕਰਨ ਵੇਲੇ ਇਹਨੂੰ ਸੰਧੀ ਵਿਛੇਦ ਕਰਕੇ ਕਰਨਾ ਹੈ। ਓੰਕਾਰ ਦਾ ਮਤਲਬ ਹੈ ਕਿ ਰੱਬ ਸਭ ਜਗ੍ਹਾ ਮੌਜੂਦ ਹੈ। ਉਹ ਜਿਸ ਤਰੀਕੇ ਨਾਲ ਅਸੀਂ ਮੰਨ ਲਈਏ ਕਾਰ ਦਾ ਮਤਲਬ ਲਕੀਰ ਵੀ ਹੁੰਦੀ ਹੈ, ਉਸ ਲਕੀਰ ਤੋਂ ਬਿਨਾਂ ਕੋਈ ਵੀ ਖਾਲੀ ਜਗ੍ਹਾ ਹੈ ਨਹੀਂ। ਸੰਸਾਰ ਦੀ ਕੋਈ ਜਗ੍ਹਾ ਹੋਵੇ, ਵਸਤੂ ਹੋਵੇ, ਗ੍ਰਹਿ ਹੋਣ, ਤਾਰੇ ਹੋਣ, ਚੰਦਰਮਾ, ਸੂਰਜ, ਕਰੋੜਾਂ ਅਰਬਾਂ ਬ੍ਰਹਿਮੰਡ, ਗਲੈਕਸੀਆਂ ਤੇ ਜੀਵ ਜੰਤੂ ਜਿਸ ਦੇ ਵਿੱਚ ਸਭ ਆ ਜਾਂਦੇ, ਸਭ ਜਗ੍ਹਾ ਉਹ ਮੌਜੂਦ ਹੈ, ਉਹਦੀ ਸਤਿਆ ਮੌਜੂਦ ਹੈ, ਉਸਦੀ ਜੋਤ ਮੌਜੂਦ ਹੈ, ਜਿਸ ਨੂੰ ਅਸੀਂ ਬਾਣੀ ਵਿੱਚ ਵੀ ਬੜੇ ਭਲੀ ਭਾਤ ਸਮਝਦੇ ਹਾਂ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੇ ਚਾਨਣ ਹੋਏ, ਜਲ ਥਲ ਮਈਲ ਰਬ ਰਿਹਾ ਸੋਏ। ਇਸ ਤਰ੍ਹਾਂ ਦੀ ਬਾਣੀ ਦੇ ਪ੍ਰਮਾਣ ਅਨੇਕਾਂ ਹੀ ਗੁਰਬਾਣੀ 'ਚ ਦਰਜ ਕੀਤੇ ਗਏ ਔਰ ਸਮਝਾਏ ਗਏ ਨੇ। ਔਰ ਰੱਬ ਕਿਸ ਤਰ੍ਹਾਂ ਵਸਿਆ ਇਸ ਨੂੰ ਵੀ ਬੜੀ ਖੂਬਸੂਰਤੀ ਨਾਲ ਸਮਝਾਇਆ ਗਿਆ। ਸਗਲ ਬਨਾਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਗੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਸ ਤਰੀਕੇ ਨਾਲ ਸਮਝਾਇਆ ਕਿ ਜਿਸ ਤਰ੍ਹਾਂ ਲੱਕੜ ਵਿੱਚ ਅੱਗ ਹੈ, ਦੁੱਧ ਵਿੱਚ ਘਿਓ ਹੈ, ਇਸੇ ਤਰ੍ਹਾਂ ਰੱਬ ਸਭ ਜਗ੍ਹਾ ਵਸਿਆ ਹੈ। ਹੁਣ ਇਸ ਨੂੰ ਪ੍ਰਾਪਤ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਸਤਿਗੁਰ। ਹੁਣ ਸਤ ਦਾ ਮਤਲਬ ਅਡੋਲ ਹੈ। ਸਤ ਧਾਤੂ ਸੰਸਕ੍ਰਿਤ ਦੀ ਧਾਤੂ ਤੋਂ ਸਤ ਸ਼ਬਦ ਵਰਡ ਲਿਆ ਗਿਆ ਹੈ, ਭਾਵ ਇਹ ਸ਼ਬਦ ਲਿਆ ਗਿਆ ਹੈ। ਤੇ ਜਿਸ ਤਰ੍ਹਾਂ ਰੱਬ ਅਡੋਲ ਹੈ, ਕਿਧਰੇ ਨਹੀਂ ਜਾਂਦਾ, ਨਾ ਉਹਨੂੰ ਪ੍ਰਗਟ ਹੋਣ ਦੀ ਲੋੜ ਹੈ, ਨਾ ਉਹ ਪ੍ਰਗਟ ਹੁੰਦਾ ਹੈ, ਨਾ ਅਲੋਪ ਹੁੰਦਾ ਹੈ। ਉਹ ਜਿਸ ਤਰ੍ਹਾਂ ਹਵਾ ਨਹੀਂ ਦਿਖਦੀ, ਜਦ ਹਵਾ ਚੱਲਦੀ ਹੈ ਤੇ ਅਹਿਸਾਸ ਹੁੰਦੀ ਹੈ, ਜਦ ਉਹਦਾ ਹੁਕਮ ਸਾਡੇ ਤੇ ਵਰਤਦਾ ਹੈ ਤਦ ਸਾਨੂੰ ਰੱਬ ਅਹਿਸਾਸ ਹੁੰਦਾ ਹੈ। ਜਦ ਤੱਕ ਹਵਾ ਨਾਰਮਲ ਹੁੰਦੀ ਹੈ, ਅਸੀਂ ਸਾਹ ਲੈਂਦੇ ਹਾਂ ਔਰ ਜੀਉਂਦੇ ਹਾਂ, ਔਰ ਉਸ ਟਾਈਮ ਤੱਕ ਸਾਨੂੰ ਹਵਾ ਦੀ ਕੀਮਤ ਨਹੀਂ ਪਤਾ ਹੁੰਦੀ। ਇਸੇ ਤਰ੍ਹਾਂ ਰੱਬ ਸਭ ਜਗ੍ਹਾ ਮੌਜੂਦ ਹੈ, ਲੇਕਿਨ ਜਦ ਉਹਦਾ ਭਾਣਾ ਵਰਤਦਾ ਹੈ, ਹੁਕਮ ਵਰਤਦਾ ਹੈ ਕਿਸੇ ਕਿਸਮ ਦਾ ਵੀ, ਤੇ ਗੁਰਸਿੱਖਾਂ ਨੂੰ ਉਹ ਦਾ ਅਹਿਸਾਸ ਹੋਰ ਜ਼ਿਆਦਾ ਹੁੰਦਾ ਹੈ। ਸੋ ਸਤਿਗੁਰ ਦਾ ਮਤਲਬ ਹੈ ਇਹ ਗੁਰੂ ਦੇ ਤਰੀਕੇ ਨਾਲ ਅਡੋਲ ਹੋ ਕੇ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਦੀ ਰਹਿਮਤ ਹੁੰਦੀ ਹੈ ਤੇ ਸਮਝ ਵਿੱਚ ਆਉਂਦੀ ਹੈ ਗੁਰੂ ਦੇ ਪ੍ਰਸਾਦ ਭਾਵ ਗਿਆਨ ਰਾਹੀਂ। ਪ੍ਰਸਾਦ ਦਾ ਮਤਲਬ ਇੱਥੇ ਮੈਂ ਜੋ ਸਮਝਦਾ ਹਾਂ, ਕਈਆਂ ਨੇ ਅਰਥ ਕਿਰਪਾ ਵੀ ਕੀਤੀ ਹੈ, ਲੇਕਿਨ ਜੋ ਮੈਨੂੰ ਸਮਝ ਆ ਰਿਹਾ, ਆਪ ਜੀ ਸਾਰੇ ਵਿਦਵਾਨ ਹੋ, ਆਪ ਹੋਰ ਸੋਝੀ ਪਾ ਸਕਦੇ ਹੋ, ਜੋ ਮੈਨੂੰ ਸਮਝ ਆ ਰਹੀ ਹੈ ਉਹ ਇਹ ਹੈ ਕਿ ਗੁਰੂ ਦਾ ਗਿਆਨ, ਗੁਰੂ ਦੇ ਗਿਆਨ ਰੂਪੀ ਕਿਰਪਾ ਸਾਨੂੰ ਪ੍ਰਾਪਤ ਹੋ ਜਾਏ ਤੇ ਅਸੀਂ ਉਸ ਇੱਕ ਓੰਕਾਰ ਨੂੰ, ਉਸ ਰੱਬ ਜੀ ਨੂੰ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ
ਬਣਾਇਆ ਹੈ। ਤੇ ਹੁਣ ਇਸ ਗੱਲ ਨੂੰ ਬਾਬਾ ਸੁੰਦਰ ਜੀ ਬਾਣੀ ਵਿੱਚ ਖੂਬਸੂਰਤ ਤਰੀਕੇ ਨਾਲ ਗੁਰੂ ਅਮਰਦਾਸ ਜੀ ਦੇ ਸਤਿਗੁਰੂ ਅਮਰਦਾਸ ਜੀ ਦੇ ਅੰਦਰ ਕਿਸ ਤਰ੍ਹਾਂ ਉਹ ਇੱਕ ਮਿਕਸਣ ਜਾਂ ਸਤਿਗੁਰੂ ਅਮਰਦਾਸ ਜੀ ਦੇ ਸਿੱਖ ਜਿਹੜੇ ਉਹਨਾਂ ਦੇ ਨਾਲ ਗੁਰਸਿੱਖ ਮੀਤ ਚਲੋ ਗੁਰਚਾਲੀ ਹਰ ਕਦਮ ਮਿਲਾ ਕੇ ਤੁਰ ਰਹੇ ਸਨ, ਉਹਨਾਂ ਦੇ ਵਿੱਚ ਇਸ ਚੀਜ਼ ਦੀ ਹੋਂਦ ਨੂੰ, ਇਸ ਚੀਜ਼ ਦੀ ਗੱਲ ਨੂੰ, ਜੋ ਰੱਬ ਜੀ ਦੀ ਗੱਲ ਹੈ, ਜੋ ਸਮਝ ਗੁਰਬਾਣੀ ਨੇ ਦਿੱਤੀ ਹੈ, ਬਾਬਾ ਸੁੰਦਰ ਜੀ ਇਹ ਇਸ ਬਾਣੀ ਦੀ ਪੰਕਤੀ ਸਮਝਾਉਣਾ ਚਾਹੁੰਦੇ ਹਨ। ਜਗਦਾਤਾ ਸੋਏ ਭਗਤ ਵਛਲ ਤਿਹ ਲੋਏ ਜੀਓ। ਜਗਦਾਤਾ ਸੋਏ, ਜਗ ਵਿੱਚ ਉਹ ਪ੍ਰਮਾਤਮਾ ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ ਉਹੀ ਇੱਕ ਪ੍ਰਮਾਤਮਾ ਹੈ, ਉਹੀ ਇੱਕ ਰੱਬ ਹੈ। ਉਹ ਤਿੰਨਾਂ ਲੋਕਾਂ ਵਿੱਚ ਆਪਣੇ ਭਗਤਾਂ ਨੂੰ ਜਿਹੜੇ ਰੱਬ ਦੇ ਹੁਕਮ ਵਿੱਚ ਤੁਰਦੇ ਨੇ, ਫਿਰ ਸਮਝਣਾ। ਭਗਤ ਦੀ ਡੈਫੀਨੇਸ਼ਨ ਜੇ ਅਸੀਂ ਜਪਜੀ ਸਾਹਿਬ ਦੇ ਅੰਦਰੋਂ ਪਾਈਏ ਤੇ ਜਪ ਬਾਣੀ ਇਸ ਨੂੰ ਬਹੁਤ ਸਪਸ਼ਟ ਕਰਦੀ ਹੈ, ਬੜੀ ਖੂਬਸੂਰਤੀ ਦੇ ਨਾਲ, ਬੜੇ ਹੀ ਸੋਹਣੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖਦੀ ਹੈ। ਸਿਰਫ ਜਪ ਬਾਣੀ ਨੂੰ ਠਹਿਰਾਅ ਦੇ ਨਾਲ ਸਮਝ ਕੇ ਪੜ੍ਹਨ ਦੀ ਲੋੜ ਹੈ, ਔਰ ਜਿੰਨਾ ਸਹਿਜ ਵਿੱਚ ਜਪ ਬਾਣੀ ਨੂੰ ਪੜ੍ਹੋਗੇ, ਬਹੁਤ ਸਾਰੇ ਕੀਮਤੀ ਹੀਰੇ ਜਵਾਹਰਾਤ ਤੁਹਾਡੀ ਝੋਲੀ 'ਚ ਪੈਂਦੇ ਜਾਣਗੇ। ਸਤਿਗੁਰੂ ਜੀ ਉਹਦੇ 'ਚ ਭਗਤ ਦੀ ਡੈਫੀਨੇਸ਼ਨ ਨੂੰ ਸਮਝਾਉਣ ਵੇਲੇ ਇਸ ਤਰ੍ਹਾਂ ਸਮਝਾਉਂਦੇ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੁਣ ਇਹ ਫੈਸਲਾ ਹੋ ਜਾਂਦਾ ਹੈ ਕਿ ਕਿਸੇ ਦਾ ਵੀ ਸਿੱਖ ਹੋਣਾ, ਗੁਰਸਿੱਖ ਹੋਣਾ, ਗੁਰਮੁਖ ਹੋਣਾ, ਭਗਤ ਹੋਣਾ ਜਾਂ ਸਾਧ ਹੋਣਾ ਜਾਂ ਗੁਰੂ ਦਾ ਪਿਆਰਾ ਹੋਣਾ ਤਦ ਹੀ ਸੰਭਵ ਹੈ ਜਦ ਉਹ ਗੁਰੂ ਦੇ ਗਿਆਨ ਦੇ ਵਿੱਚ ਲਬਰੇਜ ਹੋਵੇ, ਉਹਦੇ ਗੁਣਾਂ ਦੇ ਵਿੱਚ ਲਬਰੇਜ ਹੋਵੇ। ਹੁਣ ਲਬਰੇਜ ਦਾ ਮਤਲਬ ਇੰਨਾ ਕੁ ਉਹਦੇ ਮਨ ਵਿੱਚ ਬਾਣੀ ਦਾ ਵਿਚਾਰ ਭਰਿਆ ਹੋਵੇ ਤੇ ਉਹਦੇ ਪ੍ਰੈਕਟੀਕਲ ਜੀਵਨ ਵਿੱਚ ਉਹ ਦਰਸਾਉਂਦਾ ਹੋਵੇ। ਬਾਣੀ ਦਾ ਗਿਆਨ ਹੋਣਾ ਇੱਕ ਵੱਖਰੀ ਚੀਜ਼ ਹੈ, ਉਹ ਕਿਸੇ ਨੂੰ ਵੀ ਹੋ ਸਕਦਾ ਹੈ। ਬਾਣੀ ਸ਼ੁੱਧ ਉਚਾਰਨ ਕੰਠ ਕਰਨ ਵਿੱਚ ਕੋਈ ਵੀ ਮਹਾਰਤ ਹੋ ਸਕਦਾ ਹੈ, ਲੇਕਿਨ ਬਾਣੀ ਜੀਵਨ ਵਿੱਚ ਦਿਖਣੀ ਚਾਹੀਦੀ ਕਿ ਅਸੀਂ ਉਸ ਬਾਣੀ ਦੇ ਗਿਆਨ ਤੋਂ ਪੂਰਨ ਤੌਰ ਤੇ ਜਾਣਕਾਰ ਹਾਂ, ਤੇ ਉਹ ਸਾਡੇ ਪ੍ਰੈਕਟੀਕਲ ਜੀਵਨ ਵਿੱਚ ਹੈ, ਸਾਡੇ ਖੁਦ ਦੇ ਉਪਯੋਗ ਵਿੱਚ ਹੈ। ਜਦ ਅਸੀਂ ਉਪਯੋਗ ਵਿੱਚ ਉਸ ਨੂੰ ਲਿਆਂਦੇ ਹਾਂ, ਭਾਵ ਪ੍ਰੈਕਟੀਕਲ ਜੀਵਨ ਵਿੱਚ ਲਿਆਂਦੇ ਹਾਂ, ਉਸ ਦੇ ਆਦੀ ਹੋ ਜਾਂਦੇ ਹਾਂ, ਉਸ ਦੀ ਜਾਣਕਾਰੀ ਦੇ ਰਹੇ ਨੇ ਭਗਤ ਜੀ। ਜੋ ਅਕਾਲ ਪੁਰਖ ਹੈ ਉਹ ਜਗਤ ਵਿੱਚ ਜੀਵਾਂ ਨੂੰ ਦਾਤਾ ਦੇਣ ਵਾਲਾ, ਬਖਸ਼ਿਸ਼ਾਂ ਦੇਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਹੈ, ਔਰ ਉਹ ਪਿਆਰ ਕਰਤਾ ਸਤਿਗੁਰੂ ਜੀ ਜਿਹੜਾ ਹੈ ਉਹ ਭਗਤ ਵਛਲ ਹੈ। ਔਰ ਇਸ ਗੱਲ ਨੂੰ ਹਰ ਇੱਕ ਸਿੱਖ ਤੇ ਸਤਿਗੁਰੂ ਸਾਹਿਬਾਨ ਜੀ ਰਹੇ ਨੇ, ਪ੍ਰੈਕਟੀਕਲ ਜੀ ਰਹੇ ਨੇ, ਉਸ ਨੂੰ ਉਹ ਦੇਖ ਰਹੇ ਨੇ। ਇਸ ਦਾ ਮਤਲਬ ਬਾਬਾ ਸੁੰਦਰ ਜੀ ਵੀ ਉਸ ਨੂੰ ਜੀ ਰਹੇ ਨੇ, ਉਹਨਾਂ ਨੂੰ ਜੀਣਾ ਆਂਦਾ ਹੈ, ਇਸ ਕਰਕੇ ਉਹ ਆਪਣੀ ਕਲਮ ਨਾਲ ਲਿਖ ਸਕੇ। ਨਹੀਂ ਤੇ ਸਤਿਗੁਰੂ ਦੀ ਗੱਲ ਲਿਖਣੀ ਇੰਨੀ ਆਸਾਨ ਨਹੀਂ ਹੈ। ਕਲਮ ਸਤਿਗੁਰੂ ਦੀ ਬਾਣੀ ਦੇ ਸ਼ਬਦਾਂ ਨੂੰ ਸੁਣ ਕੇ ਲਿਖਣਾ, ਸੁਣ ਕੇ ਤੇ ਅਸੀਂ ਸਮਝ ਨਹੀਂ ਪਾਉਂਦੇ ਹਾਂ, ਲਿਖਣਾ ਤੇ ਬੜਾ ਸੌਖਾ ਨਹੀਂ, ਕਿਉਂਕਿ ਅਗਲੀਆਂ ਪੰਕਤੀਆਂ ਜਿਹੜੀਆਂ ਉਹ ਇਸ ਨੂੰ ਪੂਰਨ ਤੌਰ ਤੇ ਦਰਸਾਉਂਦੀਆਂ ਨੇ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਏ ਜੀਓ। ਉਹ ਭਗਤ, ਉਹ ਸਤਿਗੁਰੂ, ਇਹ ਸਾਰੀਆਂ ਚੀਜ਼ਾਂ ਕਿੱਥੋਂ ਪ੍ਰਾਪਤ ਹੁੰਦਾ ਹੈ? ਇੱਥੇ ਹੁਣ ਫਿਰ ਗੁਰ ਹੈ। ਗੁਰ ਦਾ ਮਤਲਬ ਗੁਰੂ ਦੇ ਤਰੀਕੇ ਜੋ ਸ਼ਬਦ ਰਾਹੀਂ ਪ੍ਰਾਪਤ ਹੋ ਰਹੇ ਨੇ। ਹੁਣ ਕਈ ਵਾਰੀ ਗੁਰ ਤੇ ਗੁਰੂ ਵਿੱਚ ਅਸੀਂ ਅੰਤਰ ਨੂੰ ਸਮਝਣਾ ਹੈ। ਕਈ ਵਾਰੀ ਗੁਰ ਨੂੰ ਗੁਰੂ ਵਾਸਤੇ ਵੀ ਵਰਤਿਆ ਗੁਰਬਾਣੀ ਚ, ਕਈ ਵਾਰੀ ਗੁਰ ਨੂੰ ਗੁਰੂ ਦੇ ਤਰੀਕੇ ਲਈ ਵਰਤਿਆ ਹੈ, ਗੁਰੂ ਦੇ ਆਈਡੀਆਜ਼ ਲਈ ਵਰਤਿਆ ਹੈ। ਗੁਰੂ ਦਾ ਢੰਗ, ਜਿਸ ਤਰ੍ਹਾਂ ਇੱਕ ਪਹਿਲਵਾਨ ਆਪਣੇ ਨਵੇਂ ਸਿੱਖਿਆਰਥੀ ਨੂੰ
ਦਾ ਦਿੰਦਾ ਹੈ ਜਿਹੜਾ, ਉਸ ਨੂੰ ਉਹ ਦਾ ਕਹਿੰਦਾ ਹੈ ਜਾਂ ਢੰਗ ਕਹਿੰਦਾ ਹੈ ਜਾਂ ਤਰੀਕਾ ਕਹਿੰਦਾ ਹੈ। ਹੁਣ ਇੱਥੇ ਗੁਰ ਸ਼ਬਦ ਦੀ ਗੱਲ ਆ ਰਹੀ ਹੈ, ਸਮਾਵੈ। ਗੁਰੂ ਦੇ ਤਰੀਕੇ 'ਚ ਪੂਰਨ ਤੌਰ ਤੇ ਉਹ ਸਾਰੇ ਲੀਨ ਹਨ। ਅਗਲੀਆਂ ਪੰਕਤੀਆਂ ਜਾ ਕੇ ਦੇਖਾਂਗੇ ਕਿਸ ਤਰ੍ਹਾਂ ਬਾਬਾ ਸੁੰਦਰ ਜੀ ਨੇ ਕਿੰਨੀ ਖੂਬਸੂਰਤੀ ਦੇ ਨਾਲ ਉਸ ਨੂੰ ਬਿਆਨਿਆ ਹੈ। ਬੜੀ ਕਮਾਲ ਕੀਤੀ ਹੈ ਇਸ ਰਚਨਾ ਨੂੰ। ਜੇ ਇਸ ਨਜ਼ਰੀਏ ਨਾਲ ਪੜ੍ਹੀਏ ਨਾ ਕਿ ਜੀਵਨ ਸਫਲਤਾ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ ਔਰ ਕਿਸ ਤਰ੍ਹਾਂ ਗੁਰਸਿੱਖਾਂ ਨੇ ਪਾਈ ਹੈ, ਤੇ ਕਿਸ ਤਰ੍ਹਾਂ ਜਿਹੜੇ ਗੁਰਸਿੱਖ ਗੁਰੂ ਨਾਨਕ ਸਾਹਿਬ ਕੋਲ ਜਾਂ ਗੁਰੂ ਜਾਮੇ ਵਿੱਚ ਜਿੰਨੇ ਗੁਰੂ ਆਏ, ਉਹਨਾਂ ਦੇ ਕੋਲ ਆਉਣ ਤੋਂ ਬਾਅਦ ਗੁਰੂ ਵਿਅਕਤੀ ਬਣੇ, ਗੁਰੂ ਜਾਮੇ ਦੇ ਕਾਬਲ ਬਣੇ, ਉਹ ਸਾਰੇ ਗੁਰੂ ਸ਼ਬਦ ਦੇ ਭਾਵ, ਗੁਰੂ ਦੇ ਤਰੀਕਾ ਜੋ ਗੁਰੂ ਨਾਨਕ ਸਤਿਗੁਰੂ ਜੀ ਨੇ ਦਿੱਤਾ ਔਰ ਜੋ ਭਗਤਾਂ ਦੀ ਬਾਣੀ ਨੂੰ ਕਲੈਕਟ ਕਰਕੇ ਸਾਰਿਆਂ ਨੂੰ ਸੌਂਪਿਆ, ਉਸ ਦੇ ਵਿੱਚ ਪੂਰਨ ਤੌਰ ਤੇ ਲੀਨ ਸਨ। ਉਹਦੇ ਵਿੱਚ ਕੋਈ ਉਣਤਾਈ ਨਹੀਂ ਸੀ ਉਹਨਾਂ ਵਿੱਚ। ਇਸ ਕਰਕੇ ਗੁਰੂ ਦੇ ਸਿੱਖ ਔਰ ਗੁਰੂ ਵਿੱਚ ਅੰਤਰ ਮੁੱਕ ਚੁੱਕਾ ਸੀ। ਕੋਈ ਪਹਿਚਾਨ ਨਹੀਂ ਕਰ ਸਕਦਾ ਸੀ ਕਿ ਗੁਰੂ ਦਾ ਸਿੱਖ, ਕਿ ਇਹ ਗੁਰੂ ਹੈ ਜਾਂ ਗੁਰੂ ਦਾ ਸਿੱਖ ਹੈ। ਇਹ 10ਵੇਂ ਜਾਮੇ ਜਾ ਕੇ ਸਤਿਗੁਰੂ ਨੇ ਸਾਡੇ ਲਈ ਇਹ ਉਪਾਧੀ ਵਰਤੀ ਵੀ ਹੈ। ਖਾਲਸਾ मेरो रूप है खास, खालसे में हूं करूं निवास, ਖਾਲਸਾ मेरो ਸਤਿਗੁਰ ਪੂਰਾ। ਇਸ ਨੂੰ ਰਹਿਤਨਾਮਿਆਂ ਵਿੱਚ ਵਰਤਿਆ ਵੀ ਹੈ ਸਤਿਗੁਰੂ ਦੇ ਬਚਨਾਂ ਵਿੱਚ, ਭਾਵੇਂ ਉਸ ਟਾਈਮ ਦੇ ਵਿਦਵਾਨਾਂ ਨੇ ਲਿਖਿਆ ਹੋਵੇ, ਭਾਵੇਂ ਗੁਰੂ ਸਾਹਿਬਾਨ ਨੇ ਲਿਖਿਆ ਹੋਵੇ, ਜਿਸ ਨੇ ਵੀ ਲਿਖਿਆ ਹੈ ਬਖੂਬਸੂਰਤ ਬਾਣੀ ਦੇ ਉਸ ਮੈਥਡ ਨੂੰ ਲਿਖਿਆ ਹੈ, ਉਸ ਤਰੀਕੇ ਨੂੰ ਲਿਖਿਆ ਹੈ। ਜਿਸ ਬਾਰੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਅੰਦਰ ਦੇ ਸਤਿਗੁਰ ਦੇ ਸੰਪੂਰਨ ਗੁਣਾ ਬਾਰੇ, ਕਿ ਕਿਸ ਤਰ੍ਹਾਂ ਉਹ ਨਿਰੰਕਾਰ ਸਨ। ਨਿਰੰਕਾਰ ਦੇ ਗੁਣ ਹੋਣੇ, ਨਿਰੰਕਾਰ ਹੋਣਾ ਹੋ ਜਾਂਦਾ ਹੈ ਜਿਸ ਟਾਈਮ ਅਸੀਂ ਰੱਬੀ ਗੁਣਾਂ ਨਾਲ ਲਬਰੇਜ ਹੁੰਦੇ ਹਾਂ, ਤੇ ਫਿਰ ਅਸੀਂ ਨਿਰੰਕਾਰ ਦੇ ਗੁਣਾਂ ਵਾਲੇ ਬਣ ਕੇ ਨਿਰੰਕਾਰ ਦੇ ਵਿੱਚ ਲੀਨ ਹੋ ਜਾਂਦੇ ਹਾਂ, ਭਾਵ ਉਹਦੇ ਸਰੂਪ ਵਾਲੇ ਹੋ ਜਾਂਦੇ ਹਾਂ। ਜੋ ਉਹਦੇ ਸਰੂਪ ਬਿਆਨ ਕੀਤਾ ਹੈ ਗੁਰਬਾਣੀ 'ਚ, ਜੋ ਭਾਈ ਗੁਰਦਾਸ ਜੀ ਨੇ ਕਿਹਾ ਗੁਰਮੂਰਤ ਗੁਰ ਸ਼ਬਦ ਹੈ। ਇਹ ਹੁਣ ਗੁਰ ਸ਼ਬਦ ਦੇ ਮੂਰਤ ਬਣ ਚੁੱਕੇ ਹਨ ਸਾਰੇ। ਗੁਰ ਸ਼ਬਦ ਸਮਾਵੇ। ਹੁਣ ਜਿਨ੍ਹਾਂ ਕੋਲ ਗੁਰ ਸ਼ਬਦ ਹੈ, ਉਸਨਾਂ ਕੋਲ ਤੇ ਹੁਣ ਕੋਈ ਗਰੁੜ ਪੁਰਾਣ ਜਾਂ ਕੋਈ ਵੇਦ ਪੁਰਾਣ ਜਾਂ ਕੋਈ ਵੀ ਸੰਸਾਰ ਦੀ ਧਾਰਮਿਕ ਪੁਸਤਕ ਜੋ ਧਾਰਮਿਕ ਆਗੂਆਂ ਨੇ ਨਹੀਂ ਲਿਖੀ ਹੈ, ਧਾਰਮਿਕ ਉਹਨਾਂ ਪੀਰਾਂ ਨੇ ਜਾਂ ਉਹਨਾਂ ਜਿਹੜੇ ਜਿਨ੍ਹਾਂ ਦੇ ਬਾਰੇ ਬਿਆਨ ਹੈ, ਉਹਨਾਂ ਨੇ ਨਹੀਂ ਆਪਣੇ ਬਿਆਨ ਕੀਤੇ ਨੇ, ਉਹ ਕਿਸੇ ਹੋਰ ਨੇ ਕਈ 100 ਸਾਲਾਂ ਬਾਅਦ ਬਿਆਨ ਕੀਤੇ ਨੇ। ਲੇਕਿਨ ਇੱਥੇ ਖੂਬਸੂਰਤੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਸੇਮ ਡੇ ਉਸੇ ਸਮੇਂ ਗੁਰੂ ਨੇ ਉਹ ਗੱਲ ਲਿਖ ਦਿੱਤੀ ਜੋ ਰੱਬ ਜੀ ਨੇ ਉਹਨਾਂ ਨੂੰ ਦਿੱਤੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲਓ। ਉਸ ਗਿਆਨ ਨੂੰ ਸਤਿਗੁਰੂ ਜੀ ਬੜੀ ਖੂਬਸੂਰਤੀ ਦੇ ਨਾਲ ਬਾਣੀ ਵਿੱਚ ਦੱਸਦੇ ਨੇ, ਜਿਸ ਬਾਰੇ ਬਾਬਾ ਸੁੰਦਰ ਜੀ ਉਸ ਜੀਵਨ ਨੂੰ ਜੀ ਰਹੇ ਹੋਣਗੇ, ਤਦ ਉਹ ਸਤਿਗੁਰੂ ਔਰ ਸਿੱਖਾਂ ਦੇ ਉਸ ਗੁਣ ਦਾ ਬਿਆਨ ਕਰ ਰਹੇ ਨੇ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ, ਹੋਰ ਕਿਸੇ ਚੀਜ਼ ਵੱਲ ਧਿਆਨ ਜਾਂਦਾ ਹੀ ਨਹੀਂ, ਹੋਰ ਕਿਸੇ ਚੀਜ਼ ਨੂੰ ਮੰਨਦਾ ਹੀ ਨਹੀਂ। ਜਦ ਹੋਰ ਕਿਸੇ ਚੀਜ਼ ਨੂੰ ਉਹ ਮੰਨਦੇ ਹੋਣ, ਤਦ ਹੀ ਉਸ ਚੀਜ਼ ਦੇ ਵੱਲ ਗੁਰਸਿੱਖ ਜਾਂਦੇ ਹੋਣਗੇ। ਹੁਣ ਇੱਕ ਸਾਖੀ ਵੀ ਅਸੀਂ ਕਈ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੀ ਪੜ੍ਹਦੇ ਹਾਂ, ਕਿਉਂਕਿ ਇੱਥੇ ਪ੍ਰਮਾਣ ਦੇਣਾ ਜ਼ਰੂਰੀ ਹੈ। ਇੱਕ ਬਨਾਰਸ ਤੋਂ ਪੰਡਤ ਜੀ ਆ ਗਏ, ਆਪਾਂ ਪੰਡਤ ਨਹੀਂ ਕਹਿ ਸਕਦੇ, ਪੁਜਾਰੀ ਕਹਿ ਸਕਦੇ ਹਾਂ, ਜਿਹੜਾ ਧਾਰਮਿਕ ਆਗੂ ਆ ਗਏ। ਉਹਨਾਂ ਨੇ ਕਿਹਾ ਮੈਂ ਗੁਰੂ ਪੁਰਾਣ ਸੁਣਾਣੀ ਹੈ। ਉਹਨਾਂ ਗੁਰੂ ਪੁਰਾਣ ਸੁਣਾਈ ਤੇ ਸਤਿਗੁਰੂ ਨੇ ਸਿੱਖਾਂ ਦੀ ਪ੍ਰੀਖਿਆ ਲਈ। ਉਹਨਾਂ ਪ੍ਰੀਖਿਆ ਲੈ ਕੇ ਪੁੱਛਿਆ ਕਿ ਕੋਈ ਗੱਲ ਸਮਝ ਆਈ, ਤੇ ਇੱਕ ਗੁਰਸਿੱਖ ਕਹਿੰਦਾ ਕਿ ਸਾਨੂੰ ਸਤਿਗੁਰੂ ਜੀ ਕੀ ਸਮਝਣਾ ਹੈ, ਸਾਨੂੰ ਤੇ ਤੁਸੀਂ ਬਾਣੀ 'ਚ ਸਮਝਾ ਦਿੱਤਾ ਹੈ ਕਿ ਸਾਨੂੰ ਤੇ ਮੁਕਤੀ ਚਾਹੀਦੀ ਨਹੀਂ, ਤੁਸੀਂ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ,
ਸਾਨੂੰ ਇਹ 2 ਸਾਲ ਦਾ ਚੱਕਰ ਕੀ ਲੈਣਾ ਦੇਣਾ ਹੈ। ਸਾਨੂੰ 2 ਸਾਲ ਬਾਅਦ ਅਸੀਂ ਕਿਧਰੇ ਧਰਮਰਾਜ ਕੋਲ ਜਾਵਾਂਗੇ। ਸਾਡਾ ਧਰਮਰਾਜ ਤੇ ਸਾਡੇ ਨਾਲ ਬੈਠਾ, ਸਾਡੇ ਅੰਗ ਸੰਗ ਹੈ। ਤੁਸੀਂ ਸਮਝਾਇਆ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸੋ ਉੱਥੋਂ ਮਾਯੂਸ ਹੋ ਜਾਂਦਾ ਹੈ ਕਿ ਬਈ ਜਿਹੜੀ ਗੱਲ ਅਸੀਂ ਦੇਣਾ ਚਾਹੁੰਦੇ ਹਾਂ ਇਹ ਨਹੀਂ ਲੈਂਦੇ, ਸਾਡੇ ਜਾਲ ਵਿੱਚ ਨਹੀਂ ਫਸਦੇ। ਜਾਲ ਵਿਛਾਇਆ ਦੁਸ਼ਮਣਾਂ ਨੇ ਜਾਂ ਅਨਮਤੀਆਂ ਨੇ ਜ਼ਰੂਰ ਖੂਬਸੂਰਤੀ ਨਾਲ ਹੈ, ਲੇਕਿਨ ਜਿਹੜੇ ਗੁਰਬਾਣੀ ਵਿੱਚ ਲੀਨ ਨੇ, ਗੁਰ ਸ਼ਬਦ ਵਿੱਚ ਸਮਾਏ ਨੇ, ਉਹ ਉਸ ਚੀਜ਼ ਨੂੰ ਆਪਣੇ ਉੱਪਰ ਲਾਗੂ ਹੀ ਨਹੀਂ ਕਰਦੇ, ਉਧਰ ਕੰਨ ਹੀ ਨਹੀਂ ਧਰਦੇ। ਜਦ ਮੇਰੇ ਕੰਨ ਵਿੱਚ ਇੱਕੋ ਗੱਲ ਰਿਪੀਟ ਹੁੰਦੀ ਰਹੇਗੀ ਕਿ ਮੇਰਾ ਗੁਰੂ ਹੈ, ਮੈਂ ਗੁਰੂ ਦੇ ਹੁਕਮ ਤੇ ਤੁਰਨਾ ਹੈ, ਮੈਂ ਗੁਰੂ ਦੀ ਆਗਿਆ ਵਿੱਚ ਤੁਰਨਾ ਹੈ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚਲੇ ਪਾਈ, ਵਿਛੜ ਚੋਟਾਂ ਖਾਵੇ। ਜਦ ਉਹ ਚੀਜ਼ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੀਜੇ ਜਾਮੇ ਤੱਕ ਗੁਰੂ ਨਾਨਕ ਸਾਹਿਬ ਨੇ ਭਰ ਦਿੱਤੀ ਹੈ, ਔਰ ਇਸ ਤਰ੍ਹਾਂ ਨਹੀਂ ਭਰੀ ਹੈ। ਇੱਥੇ ਬਾਬਾ ਸੁੰਦਰ ਜੀ ਇੱਥੇ ਭਗਤ ਵਛਲ ਦੀ ਗੱਲ ਕਰਦਿਆਂ ਹੋਇਆਂ ਇਸ ਗੱਲ ਨੂੰ ਉਹ ਬੜੀ ਖੂਬਸੂਰਤੀ ਦੇ ਨਾਲ ਸਮਝਾ ਰਹੇ ਨੇ। ਇੱਕ ਦੀ ਗੱਲ ਨਹੀਂ ਕਰ ਰਹੇ, ਉਹ ਜਿੰਨੇ ਲੋਕ ਨੇ ਗੁਰਬਾਣੀ ਵਿੱਚ ਜੀਣ ਵਾਲੇ ਉਹਨਾਂ ਸਾਰਿਆਂ ਦੀ ਗੱਲ ਕਰ ਰਹੇ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ, ਹੋਰ ਭਾਉ ਕਿਸੇ ਅਨਮਤੀ ਵਿਚਾਰ ਨੂੰ ਉਹ ਅਪਣਾਉਣ ਲਈ, ਮੰਨਣ ਲਈ, ਉਸ ਤੇ ਤੁਰਨ ਲਈ ਤਿਆਰ ਨਹੀਂ ਨੇ, ਕਿਉਂਕਿ ਉਹ ਗੁਰ ਸ਼ਬਦ ਵਿੱਚ ਲੀਨ ਨੇ। ਔਰ ਗੁਰ ਸ਼ਬਦ ਵਿੱਚ ਲੀਨ ਹੋਣ ਕਰਕੇ ਉਸ ਅਕਾਲ ਪੁਰਖ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਸਰੂਪ ਬਣੇ ਹਨ। ਸਤਿਗੁਰੂ ਦੇ ਸ਼ਬਦ ਵਿੱਚ ਲੀਨ ਹੋਣ ਦਾ ਇਹ ਕਾਰਨ ਸੀ ਜਿਸ ਨਾਲ ਸਿੱਖਾਂ ਨੂੰ ਬਹੁਤ ਛੇਤੀ ਗੁਰੂ ਸ਼ਬਦ ਰਾਹੀਂ ਸਤਿਗੁਰੂ ਤੋਂ ਗੱਲ ਸਮਝ ਆ ਜਾਂਦੀ ਸੀ। ਤੇ ਬਾਣੀ ਜਿਹੜੀ ਹੈ ਗੁਰੂ ਸਾਡੇ ਲਈ ਸਤਿਗੁਰੂ ਨੇ ਸ਼ੁਰੂ ਤੋਂ ਬਣਾ ਦਿੱਤੀ ਸੀ। ਜਦ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ 'ਚ ਗੁਰਸਿੱਖੀ ਦੀ ਦਾਤ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਸੰਸਾਰ ਵਿੱਚ ਭਟਕੇ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੇ ਲੋਕਾਂ ਨੂੰ ਇਹ ਦਾਤ ਗੁਰਬਾਣੀ ਦੀ ਬਖਸ਼ੀ ਹੈ। ਉਹ ਜੀਵਨ ਬਣ ਚੁੱਕੀ ਹੈ, ਉਹ ਜੀਵਨ ਦਾ ਆਧਾਰ ਬਣ ਚੁੱਕੀ ਹੈ। ਹੁਣ ਅਗਲੀਆਂ ਪੰਕਤੀਆਂ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਉਹ ਬਾਬਾ ਸੁੰਦਰ ਜੀ ਸਾਨੂੰ ਸਮਝਾ ਰਹੇ ਨੇ। ਅਵਰੋ ਨਾ ਜਾਣੇ, ਰਿਪੀਟ ਕਰ ਰਹੇ ਨੇ ਇਸ ਗੱਲ ਨੂੰ, ਕਿਤੇ ਭੁਲੇਖਾ ਨਾ ਜਾਣ ਹੋ ਜਾਏ ਕਿ ਇਹ ਗੱਲ ਨਹੀਂ ਮੰਨਦੇ ਸਨ, ਇਹ ਗੱਲ ਮੰਨਦੇ ਸਨ। ਕਈ ਚਤਲਾਕ ਲੋਕ ਨਾ ਬੜੀ ਚਤਰਾਈ ਨਾਲ ਆਪਣਾ ਜਾਲ ਸੱਟਦੇ ਨੇ, ਜਿਸ ਤਰ੍ਹਾਂ ਸ਼ਿਕਾਰੀ ਜਾਲ ਸੱਟਦਾ, ਇਸ ਤਰ੍ਹਾਂ ਅਨਮਤੀ ਵਿਚਾਰ ਵਾਲੇ ਜਾਲ ਬਹੁਤ ਹੀ ਚਲਾਕੀ ਨਾਲ ਸਾਡੇ ਸਾਹਮਣੇ ਸੱਟਦਾ ਹੈ ਕਿ ਇਹ ਗੁਰੂ ਨੂੰ ਛੱਡ ਕੇ, ਗੁਰੂ ਦੇ ਸਿਧਾਂਤਾਂ ਨੂੰ ਛੱਡ ਕੇ, ਗੁਰੂ ਦੇ ਅਸੂਲਾਂ ਨੂੰ, ਨਿਯਮਾਂ ਨੂੰ ਛੱਡ ਕੇ ਇਹ ਸਾਡੇ ਜਾਲ ਵਿੱਚ ਆ ਜਾਏ। ਲੇਕਿਨ ਬਾਬਾ ਸੁੰਦਰ ਜੀ ਇਸ ਗੱਲ ਨੂੰ ਪ੍ਰੋੜਤਾ ਕਰਦੇ ਨੇ, ਅਵਰੋ ਨਾ ਜਾਣੇ ਸ਼ਬਦ ਗੁਰੂ ਕੈ। ਹੁਣ ਗੁਰੂ ਦੇ ਸ਼ਬਦ ਤੋਂ ਬਿਨਾ, ਗੁਰੂ ਦੇ ਤਰੀਕੇ ਤੋਂ ਬਿਨਾ, ਗੁਰਬਾਣੀ ਤੋਂ ਬਿਨਾ ਹੋਰ ਕੁਝ ਉਹ ਜਾਣਦਾ ਹੀ ਨਹੀਂ। ਜਦ ਹੋਰ ਕੁਝ ਜਾਣਦਾ ਹੀ ਨਹੀਂ ਤੇ ਫਿਰ ਕਿਸ ਤਰ੍ਹਾਂ ਇਸ ਗੱਲ ਦਾ ਅਸਰ ਹੋਵੇ ਜਿਹੜਾ ਅਨਮਤੀ ਵਿਚਾਰ ਦਾ ਹੈ। ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੈ। ਹੁਣ ਏਕ ਨਾਮ ਧਿਆਵੈ, ਇਹ ਹੁਣ ਥੋੜਾ ਜਿਹਾ ਵਿਆਕਰਣ ਦੇ ਢੰਗ ਨੂੰ ਅਸੀਂ ਸਮਝਾਂਗੇ ਤੇ ਉਸ ਦੇ ਵਿੱਚ ਅੰਤਲੇ ਵਿੱਚ ਸਿਆਰੀ ਨੂੰ ਇੱਕ ਲੈਮ ਦੇ ਤੌਰ ਤੇ ਵਰਤਿਆ ਉਚਾਰਨ ਵਿੱਚ, ਜਿਸ ਤਰ੍ਹਾਂ ਅਸੀਂ ਭਾਵੇਂ ਪੜ੍ਹਦੇ ਹਾਂ ਹਾਹੇ ਨੂੰ ਸਿਆਰੀ ਹੋਵੇ, ਲੇਕਿਨ ਭਾਵੇਂ ਪੜ੍ਹਦੇ ਹਾਂ ਜਿਵੇਂ ਸਤਿਕਾਰ ਦੇਣ ਵਾਸਤੇ ਕਈ ਵਾਰੀ ਜਾਣੇ ਦਾ ਸ਼ਬਦ ਆਉਂਦਾ ਹੈ ਤੇ ਉਸ ਨੂੰ ਅਸੀਂ ਉਚਾਰਦੇ ਹਾਂ ਸਤਿਕਾਰ ਦੇ ਤੌਰ ਤੇ। ਧਿਆਵੇਂ ਨੂੰ ਅਸੀਂ ਭਾਵੇਂ ਔਰ ਧਿਆਵੇਂ ਨੂੰ ਇੱਕ ਤਰੀਕੇ ਨਾਲ ਸਮਝਣਾ, ਇਹ ਸਿਆਰੀ ਔਰ ਲੈਮ ਦੇ ਤੌਰ ਤੇ ਉੱਪਰ ਵਿਆਕਰਣ ਦੇ ਇਸ ਮੈਥਡ ਨੂੰ
ਆਪਣਾ ਪ੍ਰੋਫੈਸਰ ਸਾਹਿਬਜੀਤ ਸਿੰਘ ਜੀ ਨੇ ਬਖੂਬਸੂਰਤ ਤਰੀਕੇ ਨਾਲ ਅਪਣਾ ਕੇ ਸਾਨੂੰ ਉਹਨਾਂ ਗੁੰਝਲਾਂ ਤੋਂ ਕੱਢਿਆ ਹੈ ਬਾਹਰ, ਜਿਨ੍ਹਾਂ ਦੇ ਕਾਰਨ ਅਸੀਂ ਕਈ ਵਾਰੀ ਗੁਰਬਾਣੀ ਦੇ ਵਿਆਕਰਣ ਦੀ ਸਮਝ ਨਾ ਹੋਣ ਕਰਕੇ, ਕਵਿਤਾ ਦੀ ਛੰਦ ਦੀ ਚਾਲ ਦੀ ਸਮਝ ਨਾ ਹੋਣ ਕਰਕੇ, ਜਾਂ ਗੁਰੂ ਵਿਅਕਤੀ ਦੇ ਸਿਧਾਂਤਾਂ ਦੀ ਸਮਝ ਨਾ ਹੋਣ ਕਰਕੇ ਅਸੀਂ ਭਟਕ ਜਾਂਦੇ ਹਾਂ। ਤੇ ਸਤਿਗੁਰੂ ਅਮਰਦਾਸ ਜੀ ਇਸ ਗੱਲ ਨੂੰ ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਅਕਾਲ ਪੁਰਖ ਦੀ ਬਰਕਤ ਸ਼ਬਦ ਗੁਰੂ ਰਾਹੀਂ ਪੂਰਨ ਤੌਰ ਤੇ ਲੀਨ ਹੋ ਚੁੱਕੇ ਸਨ। ਉਹਨਾਂ ਦੀ ਸਰੀਰ ਦਾ ਹਰ ਇੱਕ ਅੰਗ ਗੁਰਬਾਣੀ ਦੇ ਹੁਕਮ ਤੇ ਹੀ ਤੁਰਦਾ ਸੀ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸੁਖਮਨੀ ਸਾਹਿਬ ਵਿੱਚ ਸਿਮਰਨ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਸਾਨੂੰ ਗੁਰੂ ਪੰਚਮ ਪਾਤਸ਼ਾਹ ਨੇ ਸਮਝਾਉਣਾ ਵੀ ਕੀਤਾ ਹੈ ਕਿ ਸਰੀਰ ਦਾ ਸਿਮਰਨ ਕੀ ਹੈ। ਉਸਤਤ ਮਨ ਮੇ ਕਰਨੇ ਅੰਕਾਰ, ਕਰ ਮਨ ਮੇਰੇ ਸਦਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਪਾਓ ਹਰ ਇੱਕ ਅੰਗ ਦਾ ਸਿਮਰਨ, ਔਰ ਅੰਗ ਦੇ ਬਦਲਾਅ ਨੂੰ, ਮਨ ਦੇ ਬਦਲਾਅ ਦੇ ਕਾਰਨ ਹੀ ਅੰਗ ਦੀਆਂ ਆਦਤਾਂ, ਸਰੀਰ ਦੀਆਂ ਆਦਤਾਂ ਬਦਲਦੀਆਂ ਹਨ। ਇਸ ਦੇ ਉੱਪਰ ਸਤਿਗੁਰੂ ਨੇ, ਪੰਚਮ ਪਾਤਸ਼ਾਹ ਨੇ ਜ਼ੋਰ ਦਿੱਤਾ ਤੇ ਸਤਿਗੁਰੂ ਦੇ ਜੀਵਨ ਵਿੱਚ ਗੁਰ ਸ਼ਬਦ ਨੇ ਉਹ ਬਰਕਤਾਂ ਲਿਆ ਦਿੱਤੀਆਂ ਜਿਨ੍ਹਾਂ ਕਰਕੇ ਉਹ ਸਤਿਗੁਰੂ ਪਾਤਸ਼ਾਹ ਬਾਬਾ ਅਮਰਦਾਸ ਜੀ, ਜੋ ਸਤਿਗੁਰੂ ਅਮਰਦਾਸ ਜੀ ਦੀ ਪਦਵੀ ਪ੍ਰਾਪਤ ਕਰ ਗਏ। ਤੇ ਹੁਣ ਇਸ ਚੀਜ਼ ਨੂੰ ਬਾਬਾ ਸੁੰਦਰ ਜੀ ਇਹ ਸਭ ਦੱਸਣਾ ਚਾਹੁੰਦੇ ਹਨ ਕਿ ਇਹ ਬਰਕਤਾਂ ਪ੍ਰਾਪਤ ਕਿੱਥੋਂ ਹੋਈਆਂ, ਗੁਰਬਾਣੀ ਕਿਸ ਤੋਂ ਪ੍ਰਾਪਤ ਹੋਈ, ਗੁਰਬਾਣੀ ਦੇ ਸਿਧਾਂਤਾਂ ਨੂੰ, ਗੁਰਬਾਣੀ ਦੇ ਅਸੂਲਾਂ ਨੂੰ ਕਿਸ ਨੇ ਉਹਨਾਂ ਦੇ ਹਿਰਦੇ ਤੱਕ ਅਪਣਾਉਣ ਵਿੱਚ ਸਹਿਯੋਗ ਕੀਤਾ, ਜਾਂ ਉਸ ਜੀਵਨ ਨੂੰ ਜੀਣ ਦੇ ਸਮਝ ਕਿਸ ਨੇ ਆਦਤ ਵਿੱਚ ਬਣਾ ਦਿੱਤਾ। ਇੱਕ ਤੇ ਸਮਝ ਹੋਣੀ, ਇੱਕ ਉਸ ਸਮਝ ਦੇ ਨਾਲ ਉਸ ਦੀ ਆਦਤ ਬਣ ਜਾਣੀ। ਕਿਸ ਦੀ ਆਦਤ ਬਣਾਈ ਉਹਦਾ ਜ਼ਿਕਰ ਕਰ ਰਹੇ ਨੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਭਾਵੈ ਹੈ। ਹੁਣ ਪਰਮ ਪਦਵੀ, ਸ੍ਰੇਸ਼ਟ ਪਦਵੀ ਮਨੁੱਖ ਬਣਨ ਤੋਂ ਬਾਅਦ ਜੀਵਨ ਵਿੱਚ ਰੱਬ ਜੀ ਚ ਲੀਨ ਹੋਣ ਵਾਲੀ ਸ੍ਰੇਸ਼ਟ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਨੇ ਬਖਸ਼ਿਸ਼ ਦਿੱਤੀ, ਸਮਝ ਦਿੱਤੀ। ਉਸ ਸੇਵਾ ਨੂੰ 11 ਸਾਲ ਤੱਕ ਬੜੀ ਅਣਥਕ ਉਹਨਾਂ ਸੰਘਰਸ਼ ਵਿੱਚੋਂ ਨਿਕਲਣਾ ਪਿਆ। ਹਾਲਾਂਕਿ ਦੁਨੀਆ ਦੇ ਵਿੱਚ ਗੁਰੂ ਅਮਰਦਾਸ ਜੀ ਬਾਰੇ ਸਿਰਫ ਗਾਗਰ ਤੋਂ ਇਲਾਵਾ ਕੋਈ ਸਾਖੀ ਦਾ ਜ਼ਿਕਰ ਹੀ ਨਹੀਂ ਕਰਦਾ। ਮੈਂ ਕਈ ਜਗ੍ਹਾ ਇਤਿਹਾਸਕਾਰਾਂ ਨੂੰ ਜਾਂ ਉਹ ਕਥਾਵਾਚਕਾਂ ਨੂੰ ਸੁਣਦਾ ਤੇ ਮੈਂ ਉਹਨਾਂ ਨੂੰ ਕਈ ਵਾਰੀ ਸਵਾਲ ਕਰਦਾ ਕਿ ਗੋਇੰਦਵਾਲ ਸ਼ਹਿਰ ਕਦ ਵਸਾਇਆ, ਤੇ ਹੋਰ ਗੁਰੂ ਅਮਰਦਾਸ ਜੀ ਦੇ ਇੰਨੇ ਜਿਹੜੇ ਜੀਵਨ ਦੇ ਖੂਬਸੂਰਤ ਮਨੁੱਖਤਾ ਨੂੰ ਦੇਣ ਹੈ, ਉਹ ਕਦ ਕੀਤੀ ਹੋਏਗੀ। ਸਤੀ ਪ੍ਰਥਾ ਖਤਮ ਕੀਤੀ, ਉਹ ਸਿੰਪਲ ਤੇ ਨਹੀਂ ਸੀ, ਉਹਦਾ ਬੜਾ ਵੱਡਾ ਸੰਘਰਸ਼ ਸੀ। ਘੁੰਗਟ ਪ੍ਰਥਾ ਨੂੰ ਖਤਮ ਕਰਨਾ ਇੰਨਾ ਆਸਾਨ ਥੋੜੀ ਸੀ ਸਮਾਜ ਵਿੱਚੋਂ। ਜਿਸ ਤਰ੍ਹਾਂ ਕਿ ਘੁੰਗਟ ਪ੍ਰਥਾ ਅੱਜ ਵੀ ਤੁਸੀਂ ਯੂਪੀ ਦੇ ਵਿੱਚ, ਬਿਹਾਰ ਵਿੱਚ ਉਹਨਾਂ ਦੇ ਲੋਕਾਂ ਦੇ ਘਰਾਂ 'ਚ ਦੇਖੋਗੇ ਜਿਹੜੇ ਗੁਲਾਮੀ ਦੇ ਜੀਵਨ ਜੀ ਰਹੇ ਨੇ। ਤੇ ਬਾਬਾ ਸੁੰਦਰ ਜੀ ਇਸ ਨੂੰ ਬੜੀ ਸੁੰਦਰਤਾ ਦੇ ਨਾਲ ਸਤਿਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਜਿਹੜਾ ਅਨਮਤੀ ਵਿਚਾਰਾਂ ਦਾ ਬਦਲਾਵ ਜਿਹੜਾ ਆਇਆ, ਉਹਨਾਂ ਦੇ ਅੰਦਰ ਜਿਹੜਾ ਜੀਵਨ ਬਦਲਿਆ। ਕਿਉਂਕਿ ਜਦੋਂ ਉਹ ਗਈ 62 ਸਾਲ ਦੀ ਉਮਰ ਵਿੱਚ ਨੇ ਤੇ 11 ਸਾਲ 73 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋ ਰਹੇ ਨੇ। 62 ਸਾਲ ਦਾ ਉਮਰ ਦਾ ਮਤਲਬ ਹੈ ਕਿ ਬਾਬਾ ਮੋਹਰੀ ਜੀ ਦੇ ਪੁੱਤਰ ਤੇ ਹੋ ਚੁੱਕੇ ਹੋਣਗੇ, ਔਰ ਬਾਬਾ ਮੋਹਰੀ ਜੀ ਦੇ ਪੁੱਤਰ ਆਨੰਦ ਜੀ ਦੇ ਘਰ ਵੀ ਬਾਬਾ ਸੁੰਦਰ ਜੀ ਹੋ ਚੁੱਕੇ ਹੋਣਗੇ। ਕਿਉਂਕਿ ਅੱਜ ਕੱਲ ਵੀ ਅਸੀਂ ਜੇ ਦੇਖੀਏ ਤੇ 60-65 ਸਾਲ ਦੀ ਉਮਰ ਤੱਕ ਪੋਤਰਾ ਤੇ ਹੋ ਹੀ ਜਾਂਦਾ ਹੈ। ਤੇ ਫਿਰ ਉਹਨਾਂ ਦੀ ਉਮਰ ਦੇ ਵਿੱਚ ਜਾਂਦਿਆਂ ਜਾਂਦਿਆਂ ਪੜਪੋਤਾ, ਕਿਉਂਕਿ ਉਸ ਟਾਈਮ ਵਿੱਚ 14 ਸਾਲ ਦੀ ਉਮਰ ਵਿੱਚ ਹੀ ਆਨੰਦ ਕਾਰਜ, ਵਿਆਹ ਦਾ ਕਾਰਜ ਹੋ ਜਾਂਦਾ ਸੀ। ਜੇ ਗੁਰੂ ਨਾਨਕ ਸਾਹਿਬ ਦਾ ਦੇਖੀਏ 14 ਸਾਲ ਦੀ ਉਮਰ ਵਿੱਚ ਹੋ ਰਿਹਾ, ਤੇ ਹੋਰਨਾਂ ਗੁਰੂ ਸਾਹਿਬਾਨਾਂ ਦੇ ਵੀ ਛੋਟੇ
ਉਮਰ ਵਿੱਚ ਆਨੰਦ ਕਾਰਜ ਹੋ ਰਹੇ ਨੇ। ਤੇ ਫਿਰ ਤੇ ਬਾਬਾ ਸੁੰਦਰ ਜੀ ਨੂੰ ਜੀਵਨ ਦਾ ਪੂਰਾ ਗਿਆਨ ਸੀ ਆਪਣੇ ਪਰਦਾਦਾ ਜੀ ਦਾ। ਉਹ ਇੰਨੀ ਨੇੜਤਾ ਤੇ ਉਹਨਾਂ ਦੀ ਖੂਬਸੂਰਤੀ ਦੇ ਨਾਲ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਈ ਹੋਏਗੀ, ਜੋ ਉਹਨਾਂ ਦੇ ਵਿੱਚ ਰਸ ਔਰ ਜੋ ਉਹਨਾਂ ਦੇ ਕਲਮ ਵਿੱਚ ਜਿਹੜੀ ਗੁਰਬਾਣੀ ਵਿੱਚ ਦਰਜ ਕਰਨ ਦੀ ਉਹ ਪ੍ਰਾਪਤੀ ਹੋਈ, ਉਸ ਦਾ ਮਕਸਦ ਹੈ ਕਿ ਉਹਨਾਂ ਦਾ ਜੀਵਨ ਬੜਾ ਉੱਚਾ ਹੋਵੇ। ਇੱਥੋਂ ਅੰਦਾਜ਼ਾ ਲੱਗਦਾ ਹੈ। ਤੇ ਇਸ ਪਰਮ ਪਦਵੀ ਨੂੰ ਪਾਉਣ ਵਾਸਤੇ ਸਤਿਗੁਰੂ ਅਮਰਦਾਸ ਜੀ ਨੂੰ ਜਿਹੜੀ ਕਿਰਪਾ ਪ੍ਰਾਪਤ ਹੋਈ, ਪ੍ਰਸਾਦ ਮਤਲਬ ਗਿਆਨ, ਗੁਰੂ ਨਾਨਕ ਸਾਹਿਬ ਦਾ ਗੁਰੂ ਅੰਗਦ ਸਾਹਿਬ ਜੀ ਨੇ ਇਸ ਦਾ ਜ਼ਿਕਰ ਕਰ ਰਹੇ ਨੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਤੇ ਉਸ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਪਾਸੋਂ, ਜਿਨ੍ਹਾਂ ਨੂੰ ਦੂਜਾ ਜਾਮਾ ਪ੍ਰਾਪਤ ਹੋਇਆ ਗੁਰੂ ਅੰਗਦ ਸਾਹਿਬ ਜੀ ਨੂੰ। ਹੁਣ ਅਗਲੀਆਂ ਪੰਕਤੀਆਂ ਦੇਖੋ ਕਿੰਨੀ ਸੁੰਦਰ ਢੰਗ ਵਰਤਿਆ ਹੈ, ਕਿਉਂਕਿ ਇਹ ਸਾਰਾ ਢੰਗ ਮਿਲਿਆ ਹੀ ਗੁਰਬਾਣੀ ਤੋਂ ਹੋਏਗਾ, ਗੁਰੂ ਸਾਹਿਬਾਨ ਤੋਂ, ਭਗਤਾਂ ਦੀ ਬਾਣੀ ਤੋਂ, ਜਿਸਦਾ ਪੂਰਨ ਗਿਆਨ ਉਹਨਾਂ ਦੇ ਕੋਲ ਹੋਏਗਾ। ਔਰ ਗੁਰੂ ਤੋਂ ਫਿਰ ਉਹ ਸੁਣ ਵੀ ਰਹੇ ਨੇ ਉਸ ਵਸੀਅਤ ਨੂੰ, ਜਿਹੜੀ ਵਾਰਤਾ ਰੂਪੀ ਚ ਹੈ, ਵਾਰਤਕ ਰੂਪੀ ਚ ਹੈ। ਦੁਨੀਆ ਦੀ ਵਸੀਅਤ ਲਿਖਤ ਰੂਪੀ ਚ ਨੇ। ਪਿਛਲੀ ਵਾਰੀ ਸਵਾਲ ਵੀ ਆਇਆ ਸੀ ਨਾ, ਤੇ ਮੈਂ ਇਹ ਦੇਖਦਾ ਕਿ ਦੁਨੀਆ ਵਾਕਈ ਲਿਖਤ ਰੂਪ ਵਿੱਚ ਵਸੀਅਤ ਕਰਦੀ ਹੈ, ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਾਰਤਾ ਰੂਪ ਵਿੱਚ ਆਪਣੇ ਤੀਜੇ ਜਾਮੇ ਚ ਗੁਰੂ ਅਮਰਦਾਸ ਜੀ ਰਾਹੀਂ ਸਾਨੂੰ ਦਿੱਤਾ। ਤੇ ਉਹ ਬਾਬਾ ਸੁੰਦਰ ਜੀ ਨੇ ਬੜੀ ਖੂਬਸੂਰਤੀ ਨਾਲ ਉਹਨਾਂ ਚ ਰੱਬੀ ਗੁਣ ਤੇ ਗੁਰਬਾਣੀ ਦੇ ਗੁਣ ਲਬਰੇਜ਼ ਹੋਏ ਹੋਣਗੇ, ਤੇ ਉਸ ਨੂੰ ਲਿਖਣ ਚ ਕਾਮਯਾਬ ਹੋਏ। ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਗੁਰੂ ਦੇ ਵਿੱਚ ਦਰਜ ਕਰਾ ਕੇ ਸਾਡੇ ਇਸ ਮਨੁੱਖੀ ਜੀਵਨ ਨੂੰ ਅੰਤਲੇ ਸਮੇਂ ਵਿੱਚ ਮ੍ਰਿਤਕ ਸੰਸਕਾਰ ਵਿੱਚ ਤੇ ਮ੍ਰਿਤਕ ਸੰਸਕਾਰ ਤੋਂ ਪਹਿਲੇ ਦੀ ਅਵਸਥਾ ਨੂੰ ਉਸ ਖੁਸ਼ਨੁਮਾ ਮਨੁੱਖਤਾ ਦੇ ਜੀਵਨ ਨੂੰ ਸੁੰਦਰ ਔਰ ਖੁਸ਼ਨੁਮਾ ਬਣਾਉਣ ਵਿੱਚ ਬੜਾ ਸਹਾਈ ਹੈ, ਜਿਹਦੇ ਵਿੱਚ ਦੁੱਖ ਹੈ ਹੀ ਨਹੀਂ, ਜਿਹਦੇ ਵਿੱਚ ਗਮ ਹੈ ਹੀ ਨਹੀਂ, ਡਰ ਹੈ ਹੀ ਨਹੀਂ ਕਿ ਮੈਂ ਮਰਨ ਲੱਗਾ ਜਾਂ ਕੋਈ ਮੈਨੂੰ ਮਾਰ ਰਿਹਾ। ਉਹ ਡਰ ਹੀ ਮੁਕਾ ਦਿੱਤਾ ਹੈ। ਹੁਣ ਬਾਣੀ ਵਿੱਚ ਜ਼ਿਕਰ ਆ ਰਿਹਾ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਆਇਆ ਹਕਾਰਾ, ਹਾਕ, ਜੇ ਕਿਸੇ ਨੂੰ ਹਾਕ ਮਾਰਦੇ ਆ ਨਾ ਤੇ ਉਹਨੂੰ ਕਹਿੰਦੇ ਫਲਾਣਾ ਤੈਨੂੰ ਹਾਕ ਮਾਰ ਰਿਹਾ ਜਾਂ ਤੈਨੂੰ ਸੱਦ ਰਿਹਾ। ਚੱਲਣ ਵਾਰਾ, ਇਹ ਹਕਾਰਾ ਉਹ ਨਹੀਂ ਸੀ ਕਿ ਕੋਈ ਬੰਦਾ ਆਵਾਜ਼ ਮਾਰ ਰਿਹਾ ਸੀ। ਇਹ ਹਕਾਰਾ ਜਿਹੜਾ ਸੀ, ਬਾਬਾ ਸੁੰਦਰ ਜੀ ਕਹਿ ਰਹੇ ਨੇ, ਸਤਿਗੁਰੂ ਜੀ ਕਹਿ ਰਹੇ ਨੇ, ਗੁਰੂ ਅਮਰਦਾਸ ਜੀ, ਮੈਨੂੰ ਰੱਬ ਦਾ ਆਇਆ ਹੈ, ਰੱਬ ਵੱਲੋਂ ਚਿੱਠੀ ਆਈ ਹੈ, ਸੱਦਾ ਆਇਆ ਹੈ, ਰੱਬ ਵੱਲੋਂ ਆਵਾਜ਼ ਆਈ ਹੈ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਹੁਣ ਮੈਨੂੰ ਉਸ ਪਰਮਾਤਮਾ ਦਾ ਨਾਮ ਵਿੱਚ ਸਮਾਉਣ ਦਾ ਸਮਾਂ ਆ ਗਿਆ ਹੈ। ਔਰ ਨਾਮ ਦੀ ਪਰਿਭਾਸ਼ਾ ਨੂੰ ਅਸੀਂ ਸਾਰੇ ਨਾ ਪਤਾ ਨਹੀਂ ਇੱਕੋ ਡੈਫੀਨੇਸ਼ਨ ਵਿੱਚ ਦੇਖਦੇ ਹਾਂ ਕਿ ਰਸਨਾ ਤੋਂ ਬੋਲਣ ਦੀ ਡੈਫੀਨੇਸ਼ਨ, ਉਹ ਤੇ ਇੱਕ ਪਾਰਟ ਹੈ, ਉਹ ਤੇ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ, ਉਹ ਤੇ ਕਰਨਾ ਹੀ ਪਏਗਾ, ਉਹ ਇੱਕ ਪ੍ਰੋਸੈਸ ਹੈ। ਲੇਕਿਨ ਨਾਮ ਦੇ ਪ੍ਰੋਸੈਸ ਨੂੰ ਜੇ 5 ਤਰੀਕੇ ਨਾਲ ਜੋ ਗੁਰਬਾਣੀ ਚ ਦੱਸਿਆ ਗਿਆ ਅਸੀਂ ਅਪਣਾ ਲਈਏ ਤੇ ਸਿਮਰਨ ਪੂਰਾ ਬਣ ਜਾਂਦਾ ਹੈ। ਪਹਿਲਾ ਤਰੀਕਾ ਜਿਹੜਾ ਹੈ ਉਹ ਜਿਹੜਾ ਵਾਹਿਗੁਰੂ ਸਿਮਰਨ ਜਾਂ ਸਤਨਾਮ ਸਿਮਰਨ ਜਾਂ ਜਿਹੜੇ ਦੂਸਰੇ ਧਰਮਾਂ ਦੇ ਲੋਕ ਕਰਦੇ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਮ। आवाज बंद हो गई वीरेंद्र सिंह। ਮੈਨੂੰ ਲੱਗਦਾ ਉਹਦਾ ਕਨੈਕਸ਼ਨ ਉੱਡ ਗਿਆ।
हर सिख वास्ते बड़ा जरूरी है। ये सिर्फ आया हकारा ਚੱਲਣ ਵਾਰਾ, इस डेफिनेशन ਨੂੰ ਸਮਝਣਾ हर सिख वास्ते बड़ा जरूरी है। जिस टाइम ये गल समझ च आएगी ना, सदा आना है और सदा आ गया है, इस चीज की समझ जिहड़ी है ना, सतगुरु गुरु अमरदास जी ਨੂੰ ਵੀ ਹੈ ਤੇ ਉਹਨਾਂ ਗੁਰਸਿੱਖਾਂ ਨੂੰ ਵੀ ਹੈ ਜਿਹੜੇ ਸਤਿਗੁਰੂ ਦੇ ਕਲੋਜ਼ ਨੇ, ਗੁਰਬਾਣੀ ਦੇ ਨੇੜੇ ਨੇ, ਗੁਰਬਾਣੀ ਨੂੰ ਜੀ ਰਹੇ। ਤੇ ਜਦ ਅਸੀਂ ਗੁਰਬਾਣੀ ਨੂੰ ਜੀਣਾ ਸ਼ੁਰੂ ਕਰ ਦਈਏ, ਗੁਰਬਾਣੀ ਦੀ ਆਦਤ ਬਣ ਜਾਏ, ਗੁਰਬਾਣੀ ਮਈ ਸਾਡਾ ਵਾਤਾਵਰਨ ਹੋ ਜਾਏ, ਜਿਸ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਤੇ ਉਸ ਦੇ ਵਿੱਚੋਂ ਇਹ ਚੀਜ਼ ਨਿਕਲਦੀ ਹੈ, ਆਇਆ ਹਕਾਰਾ ਚੱਲਣ ਵਾਰਾ। ਇਹ ਗੱਲ ਸਤਿਗੁਰੂ ਗੁਰੂ ਅਮਰਦਾਸ ਜੀ ਬੋਲ ਰਹੇ ਨੇ ਤੇ ਉਸ ਦੀ ਗੱਲ ਉਹ ਲਿਖ ਰਹੇ ਨੇ। ਬਾਬਾ ਸੁੰਦਰ ਜੀ ਜਿਹੜੀ ਉਹਨਾਂ ਦੇ ਵਿੱਚੋਂ ਜਿਹੜੇ ਗੁਣ ਸਨ ਉਹਨਾਂ ਦਾ ਬਿਆਨ ਕੀਤਾ, ਗੁਰਸਿੱਖਾਂ ਦੇ ਜਿਹੜੇ ਗੁਣ ਸਨ ਉਹਨਾਂ ਦਾ ਬਿਆਨ ਕੀਤਾ। ਸਾਰਿਆਂ ਦੇ ਨਹੀਂ ਸਨ, ਜਿਹੜੇ ਸਿੱਖ ਬਣ ਕੇ ਜੀਵਨ ਗੁਰੂ ਨਾਨਕ ਸਤਿਗੁਰੂ ਦੇ ਤਰੀਕੇ ਨਾਲ ਜੀ ਰਹੇ ਸਨ, 3 ਜਾਮਿਆਂ ਦਾ। ਕਿਉਂਕਿ ਜ਼ਿਕਰ ਜਾਮਿਆਂ ਦਾ ਹੈ, ਨਾ ਕਿ ਕਈ ਵਾਰੀ ਅਸੀਂ ਕਹਿੰਦੇ ਆ ਇਹ ਦੂਜੀ ਜੋਤ ਹੈ, ਤੀਜੀ ਜੋਤ ਹੈ। ਮੈਂ ਕਈ ਵਾਰੀ ਮਨ ਹੀ ਸੋਚਦਾ, ਜਦ ਜੋਤ ਇੱਕ ਹੈ ਫਿਰ ਦੂਜੀ ਜਾਂ ਤੀਜੀ ਜਾਂ ਚੌਥੀ ਜਾਂ ਪੰਜਵੀਂ ਜੋਤ ਕਿਸ ਤਰ੍ਹਾਂ ਹੋ ਸਕਦੀ ਹੈ? ਜਾਮਾ ਹੋ ਸਕਦਾ ਹੈ। ਜੇ ਅਸੀਂ ਇਸ ਨੂੰ ਬਦਲ ਲਈਏ, ਥੋੜਾ ਜਿਹਾ ਆਦਤ ਨੂੰ ਸੁਧਾਰ ਲਈਏ, ਕਿਉਂਕਿ ਆਦਤ ਵਿੱਚ ਆ ਗਿਆ ਨਾ, ਇਹ 9ਵੀਂ ਜੋਤ ਹੈ ਜੀ, ਇਹ 10ਵੀਂ ਜੋਤ ਹੈ ਜੀ। ਇਸ ਆਦਤ ਨੂੰ ਸੁਧਾਰਨ ਵਾਸਤੇ ਗੁਰਬਾਣੀ ਦੀ ਉਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀ। ਪਟਾਂ ਦੀ ਇਸ ਗੱਲ ਨੂੰ ਉਹ ਕਹਿ ਸਕਦੇ ਸਨ ਇਹ ਦੂਜੀ ਜੋਤ ਹੈ ਜੀ, ਤੀਜੀ ਜੋਤ ਹੈ। ਉਹਨਾਂ ਨੇ ਸਰੀਰ ਦਾ, ਵਿਚਾਰਾਂ ਦਾ ਉਹਨਾਂ ਵਿੱਚ ਸ਼ਾਮਲ ਹੋਣਾ ਤੇ ਗੁਰਬਾਣੀ ਵਿੱਚ ਲੀਨ ਹੋ ਜਾਣ ਨੂੰ ਜੋਤ ਵਿੱਚ ਸ਼ਾਮਲ ਕਰਕੇ ਉਹ ਸਨਮਾਨ ਗੁਰੂ ਨਾਨਕ ਸਾਹਿਬ ਨੇ ਆਪਣਾ ਦਿੱਤਾ ਉਹਨਾਂ ਜਾਮਿਆਂ ਨੂੰ। ਹੁਣ ਇੱਥੇ ਸਤਿਗੁਰੂ ਨੇ ਜਿਹੜੀ ਡੈਫੀਨੇਸ਼ਨ ਸਮਝਾਈ ਹੈ ਹਰ ਸਿੱਖ ਨੂੰ, ਬਾਬਾ ਸੁੰਦਰ ਜੀ ਸਾਨੂੰ ਜੋ ਦੱਸ ਰਹੇ ਨੇ ਕਿ ਅਸੀਂ ਵੀ ਇਸ ਚੀਜ਼ ਨੂੰ ਸਮਝਣਾ ਹੈ ਕਿ ਸਾਨੂੰ ਸਦਾ ਆਣਾ ਹੀ ਆਣਾ, ਕਿਉਂਕਿ ਘੱਲੇ ਆਵੇ ਨਾਨਕਾ ਸਦੇ ਉੱਠ ਜਾਏ, ਇਹ ਸਦਾ ਪਰਮਾਨੈਂਟ ਸਾਨੂੰ ਚੇਤੇ ਰਹਿਣਾ ਚਾਹੀਦਾ। ਇਸ ਤੋਂ ਅਸੀਂ ਕਦੀ ਖੁੰਝਾ ਨਹੀਂ ਸਕਦੇ ਆਪਣੇ ਆਪ ਨੂੰ, ਇਸ ਤੋਂ ਦੂਰ ਨਹੀਂ ਕਰ ਸਕਦੇ, ਕਿਉਂਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਜੇ ਕਿਸੇ ਲਈ ਅਨਹੋਣੀ ਹੋਵੇ ਤਾਂ ਹੀ ਫਿਕਰ ਕਰਨ ਦੀ ਲੋੜ ਹੈ ਕਿ ਮੈਨੂੰ ਕਿਉਂ ਮੌਤ ਆ ਰਹੀ ਹੈ। ਇਹ ਫਿਕਰ ਜਿਹੜੀ ਹੈ ਸਤਿਗੁਰੂ ਨੇ ਸਾਡੇ ਗੱਲੋਂ ਲਾ ਦਿੱਤੀ ਹੈ। ਇਹ ਜੰਜੀਰ ਹੈ ਕਿ ਮੌਤ ਆ ਗਈ ਜੀ, ਮੇਰੇ ਕਿਉਂ ਆ ਗਈ, ਮੇਰੇ ਬੱਚੇ ਨੂੰ ਕਿਉਂ ਆ ਗਈ, ਜਾਂ ਮੈਂ ਹੀ ਕਿਉਂ ਮਰਨ ਵਾਲਾ। ਇਸ ਨੂੰ ਦੁੱਖ ਦੀ ਥਾਂ ਤੇ ਖੁਸ਼ ਹੋ ਕੇ ਜੀਣ ਦੇ ਲਈ ਇਹ ਸ਼ਬਦ ਵਰਤੇ ਗਏ ਨੇ, ਆਇਆ ਹਕਾਰਾ ਚੱਲਣ ਵਾਲਾ। ਇਹ ਇੱਕ ਖੁਸ਼ੀ ਵਿੱਚੋਂ ਚੜ੍ਹਦੀ ਕਲਾ ਦੀ ਅਵਸਥਾ ਦੇ ਇਹ ਸ਼ਬਦ ਨੇ, ਮੈਂ ਜਿੱਥੇ ਤੱਕ ਸਮਝਦਾ, ਜੋ ਮਨੂ ਸਮਝ ਗੁਰਮਤਿ ਦੀ ਪਰਿਭਾਸ਼ਾ ਵਿੱਚ ਆ ਰਹੀ ਹੈ, ਜੋ ਖੁਸ਼ਬੂ ਆ ਰਹੀ ਹੈ ਇਸ ਬਾਣੀ ਚੋਂ। ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ। ਜਦ ਅਸੀਂ ਉਸ ਰੱਬ ਵਿੱਚ ਹੀ ਸਮਾਣਾ ਹੈ ਤੇ ਫਿਰ ਦੁੱਖ ਕਾਹਦਾ? ਫਿਰ ਦੁੱਖ ਤੇ ਹੋ ਹੀ ਨਹੀਂ ਸਕਦਾ। ਜਦ ਅਸੀਂ ਦੁੱਖ ਮਨਾ ਲਿਆ, ਇਹਦਾ ਮਤਲਬ ਅਸੀਂ ਗੁਰਬਾਣੀ ਵਿੱਚ ਲੀਨ ਨਹੀਂ ਹੋਏ। ਗੁਰਬਾਣੀ ਪੜ੍ਹ ਕੇ ਵੀ, ਗੁਰਬਾਣੀ ਨੂੰ ਗਾ ਕੇ ਵੀ, ਗੁਰਬਾਣੀ ਦੇ ਅਰਥਾਂ ਨੂੰ ਕਰਕੇ ਵੀ, ਤੇ ਫਿਰ ਅਸੀਂ ਇਹ ਦਾਅਵਾ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਅਸੀਂ ਗੁਰਮੁਖ ਹਾਂ ਜਾਂ ਗੁਰਸਿੱਖ ਹਾਂ ਜਾਂ ਸਿੱਖ ਵੀ ਹਾਂ। ਮੈਂ ਤਿੰਨੋਂ ਡੈਫੀਨੇਸ਼ਨ ਵੱਖਰੀਆਂ ਵੱਖਰੀਆਂ ਕਰਦਾ। ਸਿੱਖ ਉਹ ਹੈ ਜਿਸਨੇ ਇਹ ਮਨ ਬਣਾਇਆ ਕਿ ਮੈਂ ਗੁਰਬਾਣੀ ਨੂੰ ਸੁਣਨਾ ਹੈ ਤੇ ਉਸ ਤੇ ਅਮਲ ਕਰਨ ਦੇ ਰਾਸਤੇ ਤੇ ਤੁਰਨਾ ਹੈ। ਗੁਰਸਿੱਖ ਉਹ ਹੈ ਜਿਸਨੇ ਗੁਰਬਾਣੀ ਸਮਝ ਲਈ ਹੈ, ਤੇ ਗੁਰਮੁਖ ਉਹ ਹੈ ਜਿਹੜਾ ਗੁਰਬਾਣੀ 'ਚ ਲੀਨ ਹੋ ਗਿਆ, ਗੁਰਬਾਣੀ ਬਣ ਗਿਆ ਹੈ। ਤੇ ਇਸ ਖੂਬਸੂਰਤੀ ਨੂੰ ਬਾਬਾ ਸੁੰਦਰ ਜੀ ਨੇ ਬਸ ਸੁੰਦਰ ਤਰੀਕੇ ਨਾਲ ਸਾਡੇ ਸਾਹਮਣੇ ਰੱਖ ਦਿੱਤਾ ਕਿ ਇਹ ਇਕੱਲਾ ਜਾਣ ਦਾ ਸੱਦਾ ਨਹੀਂ ਜਾਂ ਸਿਰਫ ਜਾ ਰਹੇ ਨੇ, ਇਹ ਰਾਮ ਦੇ ਨਾਮ ਵਿੱਚ ਸਮਾ ਰਹੇ ਨੇ, ਸਿਰਫ ਸਰੀਰ ਨੂੰ ਛੱਡ ਰਹੇ ਨੇ। ਪਾਓ ਰੱਬ ਦੀ ਸੱਤਿਆ ਜੋਤ, ਸਰਬ ਵਿਆਪਕ ਜੋਤ ਹੀ ਜਾ ਕੇ ਮਿਲਣੀ ਹੈ, ਤੇ ਇਹਦੇ ਵਿੱਚ ਦੁੱਖ ਮਨਾਉਣ ਵਾਲੀ ਗੱਲ ਹੀ ਨਹੀਂ ਹੈ। ਦੁੱਖ ਮਨਾਇਆ ਹੀ ਨਹੀਂ ਜਾ ਸਕਦਾ। ਇਸ ਦੀਆਂ ਕਈ ਸਾਖੀਆਂ ਸਾਡੇ ਕੋਲ ਪ੍ਰਮਾਣ ਦੇ ਤੌਰ ਤੇ ਹੈਗੀਆਂ
बाबा अटल राय जी दे जद चढ़ाई कर जाण ते 14 साल की उम्र गुरु हरगोबिंद साहिब जी कोल उन्हां दे साईं दास जी सांडू साहब आंदे ने, क्योंकि रिश्तेदारी है ते रिश्तेदारी दे हिसाब नाल असीं भी सारे जाके अफसोस की गल करदे हां। ते ਉਹ ਹੁਣ सांडू ते नहीं मनदे, उन्हां नूं सतगुरु मनदे ने, श्रद्धालु ने, प्रेमी ने, गुरसिख ने। ਉਹਨਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਜੀ ਕਹਿੰਦੇ ਸਾਹਿਬ ਕਹਿੰਦੇ ਨੇ ਕਿ ਤੁਸੀਂ ਲੀਕ ਪਾਓ। ਉਹਨਾਂ ਨੇ ਜ਼ਮੀਨ ਤੇ ਲੀਕ ਪਾਤੀ, ਹੁਣ ਉਸ ਨੂੰ ਕਹਿੰਦੇ ਨੇ ਮਿਟਾ ਦਿਓ। ਉਹਨਾਂ ਮਿਟਾਤੀ ਤੇ ਉਹਨਾਂ ਪੁੱਛਿਆ ਲੀਕ ਪਾਇਆ ਤੇ ਕੋਈ ਖੁਸ਼ੀ ਹੋਈ? ਕਹਿੰਦੇ ਸਤਿਗੁਰੂ ਜੀ ਤੁਹਾਡਾ ਹੁਕਮ ਸੀ, ਮੈਂ ਤੇ ਲੀਕ ਪਾਣੀ ਸੀ। ਤੇ ਕਹਿੰਦੇ ਮਿਟਾਉਣ ਤੇ ਕੋਈ ਦੁੱਖ ਹੋਇਆ? ਕਹਿੰਦੇ ਤੁਹਾਡਾ ਹੁਕਮ ਸੀ, ਮੈਂ ਮਿਟਾਤੀ। ਕਹਿੰਦੇ ਇਸ ਹੁਕਮ ਦੀ ਡੈਫੀਨੇਸ਼ਨ ਨੂੰ ਇਸ ਦੇ ਵਿੱਚੋਂ ਬਾਬਾ ਜੀ ਸਾਡੇ ਸਾਹਮਣੇ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਰੱਖ ਰਹੇ। ਉਹ ਹਰ ਜਾਮੇ 'ਚ ਇਹ ਚੀਜ਼ਾਂ ਉਸੇ ਤਰ੍ਹਾਂ ਵਰਕ ਕਰ ਰਹੀਆਂ ਨੇ, ਉਸੇ ਤਰ੍ਹਾਂ ਕੰਮ ਕਰਦੀਆਂ ਨੇ, ਉਸੇ ਤਰ੍ਹਾਂ ਸਾਡੇ ਅੰਦਰ ਕਨਵਰਟ ਕਰਦੀਆਂ ਨੇ। ਸਾਡੇ ਵਿੱਚ ਚੇਂਜਿੰਗ ਗੁਰਸਿੱਖਾਂ ਵਿੱਚ ਉਸੇ ਤਰ੍ਹਾਂ ਆਉਂਦੀ ਹੈ। ਗੁਰਬਾਣੀ ਸਟੈਪ ਬਾਈ ਸਟੈਪ ਇੱਕ ਸਫ਼ਰ ਇੱਕ ਓਂਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ। ਮੈਂ ਇਹ ਸਮਝਦਾ ਜਿੰਨਾ ਇੱਕ ਓਂਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ ਦਾ ਸਫ਼ਰ ਸਹਿਜ ਰੂਪ ਵਿੱਚ ਨਹੀਂ ਕੀਤਾ, ਉਹ ਜੀਵਨ ਨੂੰ ਨਹੀਂ ਸਮਝ ਪਾਏ ਹਨ। ਔਰ ਇਹਦਾ ਸਫ਼ਰ ਇੱਕ ਵਾਰ ਵਿੱਚ ਨਹੀਂ, ਤਕਰੀਬਨ 5 ਵਾਰ ਵਿੱਚ ਜਾ ਕੇ ਸਮਝ ਵਿੱਚ ਆਣੀ ਸ਼ੁਰੂ ਹੁੰਦੀ ਹੈ। ਪਹਿਲੀ ਵਾਰ ਤੇ ਸਿਰਫ ਪੜ੍ਹਨਾ ਹੁੰਦਾ, ਦੂਜੀ ਵਾਰ ਥੋੜਾ ਜਿਹਾ ਟਿਕਾ ਆਉਂਦਾ, ਤੀਜੀ ਵਾਰੀ ਹੋਰ ਥੋੜਾ ਟਿਕਾ ਆਉਂਦਾ, ਚੌਥੀ ਵਾਰੀ ਹੋਰ ਟਿਕਾ ਆਉਂਦਾ, ਤੇ ਫਿਰ 5ਵੀਂ ਵਾਰ ਜਾ ਕੇ ਕੁਝ ਗੱਲਾਂ ਸਮਝ ਵਿੱਚ ਆਣੀਆਂ ਸ਼ੁਰੂ ਹੁੰਦੀਆਂ ਨੇ। ਤੇ ਉਹ ਬਾਬਾ ਸੁੰਦਰ ਜੀ ਨੂੰ ਗੱਲਾਂ ਸਮਝ ਵਿੱਚ ਆ ਗਈਆਂ ਉਹ ਸਤਿਗੁਰ ਦੀਆਂ, ਤੇ ਜਿਹੜੀਆਂ ਉਹ ਲਿਖ ਕੇ ਸਾਡੇ ਸਾਹਮਣੇ ਉਹਨਾਂ ਦੇ ਅੰਦਰ ਦੀ ਖੂਬਸੂਰਤ ਚੀਜ਼ਾਂ ਸਾਡੇ ਸਾਹਮਣੇ ਰੱਖ ਰਹੇ ਨੇ। ਇਹ ਬੜੀਆਂ ਖੂਬਸੂਰਤ ਚੀਜ਼ਾਂ ਨੇ ਔਰ ਇਹਨਾਂ ਦਾ ਇੱਕ ਪੈਮਾਨਾ ਇੰਨਾ ਉੱਚਾ ਹੈ ਕਿ ਇਨਸਾਨ ਦੀ ਰੂਹਾਨੀਅਤ ਜਿਹੜੀ ਹੈ, ਆਤਮਿਕ ਅਵਸਥਾ ਸੰਸਾਰ ਦੇ ਆਮ ਬੰਦੇ ਤੋਂ ਬਹੁਤ ਉੱਚੀ ਹੋ ਜਾਂਦੀ ਹੈ। ਤੇ ਇਸ ਕਰਕੇ ਲੋਕ ਇਸ ਸਿੱਖੀ ਜੀਵਨ ਜੀਣ ਵਾਲੇ ਤੋਂ ਈਰਖਾ ਕਰਦੇ ਨੇ ਤੇ ਦੁੱਖ ਨਾ ਮਨਾਇਆ ਕਰੋ। ਹੁਣ ਅਖੀਰ ਚ ਅਖੀਰਲੇ ਬੰਦ ਦੇ ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸਤਿਗੁਰੂ ਜੀ ਬਾਬਾ ਸੁੰਦਰ ਜੀ ਕਹਿ ਰਹੇ ਨੇ ਸਤਿਗੁਰੂ ਜੀ ਦੇ ਪਾਸ ਜੋ ਉਹ ਦੇਖ ਰਹੇ ਨੇ ਜਾਂ ਜੋ ਸੁਣ ਰਹੇ ਨੇ, ਉਹ ਲਿਖ ਰਹੇ ਨੇ, ਜਗ ਅਮਰ ਅਟਲ ਅਤੋਲ ਠਾਕੁਰ, ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ। ਹੁਣ ਇੱਥੇ ਕਿੰਨੀ ਕਮਾਲ ਹੈ। ਜਗ ਅਮਰ ਅਟਲ, ਗੁਰੂ ਅਮਰਦਾਸ ਜੀ ਜਗਤ ਵਿੱਚ ਰਹਿੰਦਿਆਂ ਹੋਇਆਂ ਰੱਬ ਵਰਗੇ ਉਸ ਅਵਸਥਾ ਨੂੰ ਜੀਵਨ ਜੀਣ ਦੀ ਤੇ ਆਤਮਿਕ ਅਵਸਥਾ ਵਿੱਚ ਆਤਮਿਕ ਮੌਤ ਤੋਂ ਪਰੇ ਹੋ ਗਏ। ਬਾਕੀ ਸੰਸਾਰ ਦੇ ਲੋਕ ਆਤਮਿਕ ਮੌਤ ਵਿੱਚ ਰੋਜ਼ ਮਰ ਰਹੇ ਨੇ, ਲੇਕਿਨ ਗੁਰੂ ਅਮਰਦਾਸ ਜੀ ਇੱਥੇ ਜਗ ਅਮਰ ਅਟਲ, ਗੁਰੂ ਅਮਰਦਾਸ ਜੀ ਇੰਨੇ ਅਟਲ ਹੋ ਚੁੱਕੇ ਨੇ, ਇੰਨੇ ਮਤਲਬ ਸਤ ਹੋ ਚੁੱਕੇ ਨੇ, ਅਡੋਲ ਹੋ ਚੁੱਕੇ ਨੇ। ਉਹ ਜੀਵਨ ਦੇ ਉਸ ਜੀਵਤ ਰਹੋ ਰਾਮ ਰਸਾਇਣ ਨਿਤ ਉਠ ਪਿਓ ਦੀ ਅਵਸਥਾ ਨੂੰ ਪੂਰੀ ਤਰ੍ਹਾਂ ਪਾ ਚੁੱਕੇ ਨੇ। ਅਤੋਲ, ਜਿਹੜਾ ਰੱਬ ਤੋਲਿਆ ਨਾ ਜਾ ਸਕੇ, ਠਾਕੁਰ ਧਰਤੀ ਦਾ ਮਾਲਕ ਨੂੰ ਭਗਤੀ ਦੀ ਰਾਹੀਂ ਹਰ ਗੁਰਸਿੱਖ ਨੇ, ਗੁਰੂ ਸਾਹਿਬਾਨ ਨੇ ਵੀ ਉਸ ਨੂੰ ਰੱਬੀ ਗੁਣਾਂ ਨੂੰ ਜੀ ਕੇ, ਭਗਤੀ ਦਾ ਮਤਲਬ ਕੱਲਾ ਸਿਮਰਨ ਨਹੀਂ ਹੈ। ਜਿਹੜੇ 5 ਗੁਣ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਸੀ, ਸਿਮਰਨ ਦੇ 5 ਗੁਣ ਕਿਹੜੇ ਨੇ? ਇੱਕ ਤੇ ਸਿਮਰਨ ਵਾਹਿਗੁਰੂ ਦਾ, ਦੂਸਰਾ ਗੁਰਬਾਣੀ ਦਾ ਜਾਪ, ਇਹ ਵੀ ਸਿਮਰਨ ਦੀ ਪਰਿਭਾਸ਼ਾ ਹੈ। ਕਿਉਂਕਿ ਜਪਣਾ ਕੀ ਹੈ? ਵਾਹਿਗੁਰੂ ਨਹੀਂ ਜਪਣਾ ਹੈ, ਵਾਹਿਗੁਰੂ ਤੇ ਸਿਮਰਨ ਕਰਨਾ, ਜਪਣਾ ਗੁਰਬਾਣੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਿਰਲੇਖ ਜਪ ਤੋਂ ਸ਼ੁਰੂ ਹੁੰਦਾ ਹੈ, ਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ ਕਿ ਸਾਰੀ ਬਾਣੀ ਜਪਣੀ ਹੈ। ਕਿਤੇ ਭੁਲੇਖੇ ਚ ਨਾ ਰਹਿਣਾ, ਤਨ ਮਨ ਥੀਵੇ ਹਰਿਆ ਤੱਕ ਬਾਣੀ ਸਿਰਫ ਜਪਜੀ ਸਾਹਿਬ ਪਵਨ ਗੁਰੂ ਪਾਣੀ ਪਿਤਾ ਤੱਕ ਆਪਾਂ ਪੜ੍ਹ ਲਈਏ ਹੋ ਗਿਆ, ਨਹੀਂ। ਸਭ ਸਿੱਖਾਂ ਨੂੰ ਬਾਣੀ ਇੱਕ ਓਂਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ ਪੜ੍ਹਨੀ ਹੀ ਪਏਗੀ ਔਰ ਸਮਝ ਕੇ ਪੜ੍ਹਨੀ ਪਏਗੀ। ਤੇ ਭਗਤੀ ਦਾ ਰਾਹ ਪ੍ਰਾਪਤ ਕਰ ਲਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ। ਇਸ
ਪਹਿਲੇ ਬੰਦ ਦੇ ਅੰਦਰ ਜੋ ਖੂਬਸੂਰਤ ਢੰਗ ਵਰਤਿਆ ਬਾਬਾ ਸੁੰਦਰ ਜੀ ਨੇ, ਇਸ ਢੰਗ ਰਾਹੀਂ ਜੇ ਅਸੀਂ ਉਸ ਮੌਤ ਦੇ ਡਰ ਨੂੰ ਮੁਕਾ ਕੇ ਇਸ ਸ਼ਬਦ ਵੱਲ ਕੇਂਦਰਿਤ ਹੋਈਏ, ਸੈਂਟਰਲਾਈਜ਼ ਹੋਈਏ, ਤੇ ਮੈਂ ਸਮਝਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਾਹੀਂ ਬਾਬਾ ਸੁੰਦਰ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕਰਤੀਆਂ ਕਿ ਸਾਡੇ ਅੰਦਰ ਜਦ ਗੁਰਬਾਣੀ ਵਸੀ ਹੋਏਗੀ ਤੇ ਫਿਰ ਸਾਡੇ ਤੇ ਕਿਸੇ ਹੋਰ ਚੀਜ਼ ਦਾ ਅਸਰ ਹੀ ਨਹੀਂ ਹੋਏਗਾ, ਸਾਡਾ ਧਿਆਨ ਹੀ ਨਹੀਂ ਜਾਏਗਾ, ਕਦੀ ਵੀ ਧਿਆਨ ਨਹੀਂ ਜਾਏਗਾ। ਧਿਆਨ ਕਿਉਂ ਨਹੀਂ ਜਾਏਗਾ? ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਰੱਬ ਨੇ ਭੇਜਿਆ, ਸਰੀਰ ਨੇ ਮੁੱਕ ਜਾਣਾ। ਹੁਣ ਇਹ ਸਰੀਰ ਮਿੱਟੀ ਹੈ, ਭਾਵੇਂ ਇਹਨੂੰ ਅੱਗ ਵਿੱਚ ਸਾੜ ਦਿਓ, ਭਾਵੇਂ ਇਹਨੂੰ ਜ਼ਮੀਨ ਵਿੱਚ ਦੱਬ ਦਿਓ, ਭਾਵੇਂ ਇਹਨੂੰ ਇਲਕਾਵਾਂ ਖਾ ਜਾਣ, ਭਾਵੇਂ ਬਰਫ਼ਾਂ ਵਿੱਚ ਬੋਡੀ ਪਈ ਰਵੇ। ਹੁਣ ਕਈ ਬੋਡੀਆਂ ਜਿਹੜੀਆਂ ਨੇ ਉੱਥੇ ਅਜਾਇਬ ਘਰਾਂ ਦੇ ਅੰਦਰ, ਮੈਮੋਰੀਅਲਸ ਦੇ ਅੰਦਰ ਬਣ ਕੇ ਉਹਨਾਂ ਨੇ ਕੈਮੀਕਲ ਲਾ ਕੇ ਫੋਰਨ ਕੰਟਰੀਆਂ 'ਚ ਰੱਖੀਆਂ ਹੋਈਆਂ ਨੇ, ਪਤਾ ਨਹੀਂ ਹਜ਼ਾਰਾਂ ਸਾਲ ਤੋਂ ਪਈਆਂ ਨੇ ਉਹ ਬੋਡੀਆਂ, ਕਿਹਦੀਆਂ ਉਹਨਾਂ ਦੇ ਨਾਂ ਲਿਖੇ ਨੇ, ਤੇ ਉਹਨਾਂ ਨੇ ਸਾੜੀਆਂ ਨਹੀਂ ਜਾਂ ਉਹਨਾਂ ਨੇ ਦਬੀਆਂ ਨਹੀਂ। ਤੇ ਉਸ ਦੇ ਨਾਲ ਕੀ ਹੋਇਆ? ਕੁਛ ਨਹੀਂ। ਸਾਡੇ ਅੰਦਰੋਂ ਇਹ ਮਾਨਸਿਕਤਾ ਹਟਣੀ ਚਾਹੀਦੀ ਕਿ ਮਰਨ ਤੋਂ ਬਾਅਦ ਕੋਈ ਕਿਰਿਆ ਸੀ ਕਰਨੀ ਹੈ। ਉਹ ਕਿਰਿਆ ਜਿਹੜੀ ਕਰਨੀ ਹੈ ਨਾ, ਉਹ ਬਾਬਾ ਸੁੰਦਰ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ ਵਾਰਤਾਲਾਪ ਵਿੱਚ ਜੋ ਵਸੀਅਤ ਸਾਨੂੰ ਦੱਸੀ, ਇਹ ਰੂਪਕ ਹੈ, ਵਾਰਤਾਲਾਪ ਰੂਪਕ ਹੈ, ਜਿਹੜੀ ਵਸੀਅਤ ਸਾਡੇ ਲਈ ਹੈ। ਲੋਕਾਂ ਲਈ ਵਸੀਅਤ ਲਿਖਤੀ ਹੁੰਦੀ ਹੈ, ਲੇਕਿਨ ਸਾਡੇ ਲਈ ਵਸੀਅਤ ਪੂਰਾ ਗੁਰੂ ਗ੍ਰੰਥ ਸਾਹਿਬ ਵਾਰਤਾ ਤੇ ਗੁਰਸਿੱਖ ਤੌਰ ਤੇ ਜੀਵਨ ਜਾਚ ਜੀਣ ਦੇ ਤੌਰ ਤੇ ਆਦਤ ਪਾਉਣ। ਸੋ ਅੱਜ ਦੇ ਇਸ ਬੰਦ ਦੇ ਅੰਦਰ ਸਤਿਗੁਰ ਦੀ ਉਸ ਬਾਤ ਨੂੰ ਦੱਸ ਰਹੇ ਨੇ ਕਿ ਭਗਤੀ ਹਰ ਭਗਤੇ ਹਰ ਪਾਏ। ਜਦ ਗੁਰੂ ਅਮਰਦਾਸ ਜੀ ਨੇ ਉਹ ਅਵਸਥਾ ਅਡੋਲ ਦੀ, ਅਤੋਲ ਦੀ, ਉਸ ਠਾਕੁਰ ਦੀ, ਉਸ ਚੀਜ਼ ਨੂੰ ਸਮਝ ਲਿਆ, ਉਹਨੂੰ ਜੀਵਨ ਵਿੱਚ ਢਾਲ ਲਿਆ, ਤੇ ਉਸ ਦੇ ਢਾਲਣ ਦੇ ਨਾਲ ਫਿਰ ਜੋ ਤਬਦੀਲੀ ਆਈ ਉਹ ਬਾਕਮਾਲ ਤਬਦੀਲੀ ਸੀ। ਹਰ ਇੱਕ ਸੰਸਾਰ ਦਾ ਮਨੁੱਖ ਉਹਨਾਂ ਦੇ ਨੇੜੇ ਆ ਕੇ ਹੀ ਤਰ ਜਾਂਦਾ ਸੀ, ਉਹ ਆਦਤ ਬਣਾਉਣਾ ਚਾਹੁੰਦਾ ਸੀ। ਜੋ ਅਕਾਲ ਪੁਰਖ ਬਾਬਾ ਸੁੰਦਰ ਜੀ ਕਹਿ ਰਹੇ ਨੇ ਕਿ ਜੀਵਾਂ ਦਾ ਦਾਤਾ ਹੈ, ਇਹ ਫੈਸਲਾ ਗੁਰਬਾਣੀ 'ਚ ਸ਼ੁਰੂ ਤੋਂ ਆਇਆ, ਉਸੇ ਫੈਸਲੇ ਨੂੰ ਜੀ ਰਹੇ। ਜੋ ਫੈਸਲੇ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ, ਜੋ ਵੀ ਗੁਰੂ ਨਾਨਕ ਸਾਹਿਬ ਨੇ ਵਿਉਂਤਬੰਦੀ ਬਣਾਈ ਹੈ ਸਿੱਖ ਵਿਚਾਰਧਾਰਾ ਦੀ, ਜੋ ਵੀ ਸਿਸਟਮ ਉਹਨਾਂ ਨੇ ਕ੍ਰੀਏਟ 10 ਜਾਮਿਆਂ ਦਾ ਕੀਤਾ ਹੈ, ਉਹ ਕੀਤਾ ਹੀ 10 ਜਾਮਿਆਂ ਤੱਕ ਦਾ ਸੀ, ਅਗਲਾ ਸੀ ਨਹੀਂ। ਇਹ ਗੁਰੂ ਨਾਨਕ ਸਾਹਿਬ ਦਾ ਹੀ ਸਾਰਾ 70 ਸਾਲ ਕੁਝ ਮਹੀਨੇ ਵਿੱਚ ਸਾਡੇ ਸਾਹਮਣੇ ਇਹ ਚੀਜ਼ਾਂ ਤਿਆਰ ਕੀਤੀਆਂ ਸਨ। ਤੇ ਸਤਿਗੁਰ ਦੇ ਸ਼ਬਦ ਰਾਹੀਂ ਅਸੀਂ ਰੱਬ ਵਿੱਚ ਲੀਨ ਹੋ ਸਕਦੇ ਹਾਂ। ਇਹ ਗੱਲ ਸਮਝਾਤੀ ਕਿ ਗੁਰਬਾਣੀ ਤੋਂ ਬਿਨਾਂ ਸਾਡਾ ਰੱਬ ਵਿੱਚ ਲੀਨ ਹੋਣ ਦਾ ਕੋਈ ਵੀ, ਔਰ ਗੁਰਬਾਣੀ ਵਿੱਚ ਜਿਹੜੇ ਗੁਣ ਦੱਸੇ ਨੇ ਉਹਨਾਂ ਗੁਣਾਂ ਨੂੰ ਪ੍ਰੈਕਟੀਕਲ ਸੇਫ ਦੇਣ ਦੇ ਨਾਲ ਹੀ ਅੱਗੇ ਗੱਲ ਤੁਰੇਗੀ, ਅਤੇ ਉਸ ਤੋਂ ਬਿਨਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਤੇ ਫਿਰ ਉਸ ਵਰਗਾ ਨਾ ਹੀ ਕੋਈ ਗੁਰੂ ਹੋ ਸਕਦਾ ਹੈ, ਤੇ ਉਸ ਵਰਗਾ ਨਾ ਹੀ ਕੋਈ ਸਿੱਖ ਹੋ ਸਕਦਾ ਹੈ। ਸਿੱਖ ਔਰ ਗੁਰੂ ਦੇ ਵਿੱਚ ਅੰਤਰ ਹੀ ਮੁਕਾ ਦਿੱਤਾ ਗੁਰੂ ਨਾਨਕ ਸਤਿਗੁਰ ਨੇ। ਜਿਹੜਾ ਵੀ ਗੁਰਬਾਣੀ ਜੀਵੇਗਾ ਉਹ ਸਤਿਗੁਰ ਦੇ ਚਰਨਾਂ 'ਚ ਬੈਠ ਕੇ ਉਹ ਸਤਿਗੁਰੂ ਹੀ ਬਣ ਜਾਏਗਾ। ਸ਼ਬਦ ਦੀ ਬਰਕਤ ਦੇ ਨਾਲ ਅਕਾਲ ਪੁਰਖ 'ਚ ਲੀਨ ਹੋ ਜਾ ਸਕਦਾ ਹੈ। ਇਸ ਗੱਲ ਨੂੰ ਇਸ ਬੰਦ ਦੇ ਅੰਦਰ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਨੂੰ ਬਚਪਨ ਤੋਂ ਲੈ ਕੇ ਜਿਸ ਉਮਰ ਵਿੱਚ ਉਹ ਲਿਖ ਰਹੇ ਹੋਣਗੇ, ਜ਼ਰੂਰ ਉਹਨਾਂ ਦੀ ਉਮਰ ਘੱਟੋ ਘੱਟ ਮੈਂ ਸਮਝਦਾ ਕਿ 30, 35, 40 ਸਾਲ ਦੇ ਆਸ-ਪਾਸ ਹੋਣੀ ਚਾਹੀਦੀ, ਕਿਉਂਕਿ ਉਸ ਟਾਈਮ ਇਸੇ ਤਰ੍ਹਾਂ ਸਾਰਾ ਸਿਸਟਮ ਸੀ। ਤੇ ਗੁਰੂ ਨਾਨਕ ਗੁਰੂ ਅੰਗਦ ਜੀ ਤੋਂ ਕਿਰਪਾ ਦੇ ਨਾਲ ਇਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਾਪਤ ਹੋਇਆ। ਇਸ ਗੱਲ ਦੀ ਤਸਦੀਕ ਉਹਨਾਂ ਨੇ ਆਪਣੀ ਕਲਮ ਰਾਹੀਂ ਕੀਤੀ, ਕਿਉਂਕਿ ਉਹਨਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸਾਰੇ ਕਰ ਰਹੇ ਸਨ, ਉਹਨਾਂ ਦੇ ਵਿੱਚੋਂ ਹੀ ਗੁਰੂ ਅੰਗਦ ਸਾਹਿਬ ਦੇ ਲੋਕ ਦਰਸ਼ਨ ਕਰ ਰਹੇ ਸਨ, ਭਾਵ ਦੋਨੋਂ ਜਾਮਿਆਂ ਦੇ ਕਰ ਰਹੇ ਸਨ। ਤੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ 10 ਗੁਰੂਆਂ ਦੇ ਦਰਸ਼ਨ, ਮਤਲਬ 10 ਜਾਮਿਆਂ ਦੇ ਦਰਸ਼ਨ ਹੋ ਜਾਣੇ ਚਾਹੀਦੇ, ਭਾਵ ਗੁਰੂ ਨਾਨਕ ਦੇ ਦਰਸ਼ਨ ਹੋ ਜਾਣੇ ਚਾਹੀਦੇ। ਤੇ ਗੁਰੂ ਨਾਨਕ ਦੀ ਕਿਰਪਾ ਹੈ। ਇਸ ਨੂੰ ਸਮਝਣ ਵਾਸਤੇ ਅਗਲਾ ਬੰਦ ਅਸੀਂ ਫਿਰ ਅਗਲੇ ਹਫ਼ਤੇ ਨੂੰ ਵਿਚਾਰ ਅਧੀਨ ਲਵਾਂਗੇ।
ਇੰਨੀਆਂ ਵਿਚਾਰਾਂ ਆਪ ਜੀ ਪ੍ਰਵਾਨ ਕਰੋ, ਕਿਉਂਕਿ ਹੋਰ ਬਹੁਤ ਸਾਰੀਆਂ ਡੂੰਘੀਆਂ ਵਿਚਾਰਾਂ ਨੇ ਤੇ ਜਿਸ ਨੂੰ ਅਗਲੇ ਬਾਅਦ ਵਿੱਚ ਕਰਨਾ ਹੋਰ ਖੁੱਲ ਕੇ ਬਹੁਤ ਜ਼ਰੂਰੀ ਹੈ। ਤੇ ਮੇਰੇ ਕੋਲੋਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਕੇ ਖਿਮਾ ਕਰਨੀ, ਜਾਣੇ ਅਣਜਾਣੇ ਚ ਗੁਰਮਤਿ ਤੋਂ ਉਲਟ ਕੁਝ ਕਿਹਾ ਗਿਆ ਹੋਏ, ਦੋਨੋਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ। ਜੋ ਵੀ ਮੈਂ ਕਿਹਾ ਹੈ ਇਹ ਫਾਈਨਲ ਨਹੀਂ ਹੈ। ਜੋ ਵਿਚਾਰਾਂ ਵਿਦਵਾਨਾਂ ਦੇ ਨਾਲ ਗੁਰਮਤਿ ਕਿਤਾਬਾਂ ਤੋਂ, ਗੁਰਬਾਣੀ ਤੋਂ ਸਮਝ ਵਿੱਚ ਆਇਆ ਹੈ, ਮੈਂ ਉਹੀ ਬੋਲਿਆ ਹੈ। ਸੋ ਖਿਮਾ ਕਰਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।